स्वागत प्रोग्राम गल्लां ते गीत विच तुहाडा सबना दा स्वागत। मैं हाँ रमन तौर जे रिश्तिਆਂ ਦੇ ਸੰਦਰਭ ਦੇ ਵਿੱਚ ਗੱਲ ਸ਼ੁਰੂ ਕਰੀਏ ਤੇ ਰਿਸ਼ਤੇ ਕਿਤੇ ਨਾ ਕਿਤੇ ਜੇ ਪੂਰੀ ਦੁਨੀਆ ਦੇ ਵਿੱਚ ਹਰ ਚੀਜ਼ ਦਾ ਵਿਸ਼ਵੀਕਰਨ ਹੋ ਰਿਹਾ ਤੇ ਰਿਸ਼ਤਿਆਂ ਦਾ ਵੀ ਵਿਸ਼ਵੀਕਰਨ ਹੁੰਦਾ ਜਾਪਦਾ, ਕਿਉਂਕਿ ਰੋਜ਼-ਰੋਜ਼ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਜਾਂ ਜਿਹੜਾ ਵਰਤਾਰਾ ਵਰਤ ਰਿਹਾ ਹੈ ਉਹਦੇ ਵਿੱਚ ਬਹੁਤੀਆਂ ਚੀਜ਼ਾਂ ਰਿਸ਼ਤਿਆਂ ਦੇ ਟੁੱਟਣ ਦੀਆਂ, ਰਿਸ਼ਤਿਆਂ ਦੇ ਵਿੱਚ ਕੋਈ ਨਾ ਕੋਈ ਮੁਸੀਬਤਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਇਹਦੀਆਂ ਖਬਰਾਂ ਸਭ ਤੋਂ ਜ਼ਿਆਦਾ ਹੁੰਦੀਆਂ, ਇਹਦੀ ਚਰਚਾ ਸਭ ਤੋਂ ਜ਼ਿਆਦਾ ਹੁੰਦੀ ਹੈ। ਸੋ ਜਿੱਥੇ ਵਿਸ਼ਵੀਕਰਨ ਹੋਇਆ, ਜਿੱਥੇ ਮਨੁੱਖ ਨੇ ਸਹੂਲਤਾਂ ਆਪਣੇ ਲਈ ਪੈਦਾ ਕਰ ਲਈਆਂ, ਆਪਣੀ ਜ਼ਿੰਦਗੀ ਨੂੰ ਹੋਰ ਸੌਖਾ ਕੀਤਾ ਹੈ, ਆਪਣੇ ਨਾਲ ਜੁੜੇ ਰਿਸ਼ਤਿਆਂ ਦੀ ਜ਼ਿੰਦਗੀ ਨੂੰ ਸੌਖਾ ਕੀਤਾ, ਉੱਥੇ ਕਿਤੇ ਨਾ ਕਿਤੇ ਰਿਸ਼ਤਿਆਂ ਦੀ ਜਿਹੜੀ ਗਰਿਮਾ ਹੈਗੀ ਆ, ਰਿਸ਼ਤਿਆਂ ਦਾ ਨਿੱਘ ਜਿਹੜਾ ਹੈਗਾ ਉਹ ਘਟਦਾ ਦਿਖਾਈ ਦਿੰਦਾ। ਸੋ ਅੱਜ ਗੱਲਾਂ ਤੇ ਗੀਤ ਦੇ ਵਿੱਚ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਉਹ ਵਿਸ਼ਾ ਹੀ ਅੱਜ ਇਹੀ ਹੈ ਕਿ ਰਿਸ਼ਤਿਆਂ ਦਾ ਮਹੱਤਵ ਜ਼ਿੰਦਗੀ ਦੇ ਵਿੱਚ, ਮਨੁੱਖੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦਾ ਮਹੱਤਵ ਕੀ ਹੈ। ਮਹੱਤਵ ਸਾਡੀ ਜਿਹੜੀ ਆ ਜਨਰੇਸ਼ਨ ਹੈਗੀ ਆਉਣ ਵਾਲੀ ਜਾਂ ਪੁਰਾਣੀ ਪੀੜ੍ਹੀ ਦੇ ਸਮਝਣ ਦੇ ਵਿੱਚ ਕੁਝ ਫਰਕ ਆਇਆ ਜਾਂ ਨਹੀਂ ਆਇਆ, ਕਿਸੇ ਦੇ ਲਈ ਮਹੱਤਵ ਘਟਿਆ, ਕਿਸੇ ਦੇ ਲਈ ਵਧਿਆ, ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ। ਤੇ ਚਰਚਾ ਕਰਨ ਤੋਂ ਪਹਿਲਾਂ ਜਿਹੜੇ ਗੈਸਟ ਅੱਜ ਜਿਹੜੇ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ ਆਏ ਨੇ ਉਹਨਾਂ ਦਾ ਜਿਹੜਾ ਮੈਂ ਤਾਰਫ ਕਰਵਾ ਦਿਆਂ। ਸਾਡੇ ਨਾਲ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਪ੍ਰਵੀਨ ਅਬਰੋਲ ਜੀ, ਜਿਹੜੇ ਕਿ ਸਮਾਜ ਸੇਵੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਜਿਹੜੀਆਂ ਸਮਾਜ ਦੇ ਵਿੱਚ ਦੇ ਰਹੇ ਨੇ, ਔਰ ਨਾਲ ਦੀ ਨਾਲ ਲੇਖਿਕਾ ਨੇ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਰਿਸ਼ਤਿਆਂ ਦੇ ਸੰਦਰਭ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਲੈਕਚਰਰ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਕੁਝ ਸਮਾਂ ਜਿਹੜੇ ਦੇ ਚੁੱਕੇ ਨੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੇ ਰਿਸ਼ਤਿਆਂ ਦੀ ਅਸੀਂ ਗੱਲ ਸ਼ੁਰੂ ਕਰਦੇ ਹਾਂ ਤੇ ਪਹਿਲਾਂ ਹਾਲਾਂਕਿ ਸਭ ਨੂੰ ਪਤਾ ਹੈ ਕਿ ਰਿਸ਼ਤੇ ਕੀ ਹੁੰਦੇ ਆ, ਫਿਰ ਵੀ ਇੱਕ ਕੋਈ ਪਰਿਭਾਸ਼ਾ ਬਣੀ ਹੋਊਗੀ ਕਿ ਰਿਸ਼ਤੇ ਹੁੰਦੇ ਕੀ ਆ, ਇਹਦਾ ਮਹੱਤਵ ਜਿਹੜਾ ਕੀ ਹੈ। ਬਿਲਕੁਲ ਠੀਕ ਕਿਹਾ ਤੁਸੀਂ। ਰਿਸ਼ਤਿਆਂ ਦਾ ਮਨੁੱਖੀ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ, ਬਹੁਤ ਜ਼ਿਆਦਾ ਅਹਿਮੀਅਤ ਹੈ। ਅਸੀਂ ਜੇ ਕਹੀਏ ਕਿ ਇਹ ਜੀਵਨ ਦਾ ਆਧਾਰ ਹੈ, ਇਹਨਾਂ ਤੋਂ ਬਿਨਾਂ ਜੀਵਨ ਜਿਹੜਾ ਚੱਲ ਹੀ ਨਹੀਂ ਸਕਦਾ ਤੇ ਗਲਤ ਨਹੀਂ ਹੋਏਗਾ ਜੀ। ਔਰ ਇਹ ਦੁੱਖ ਸੁੱਖ ਦੇ ਸਾਥੀ ਹਨ। ਜਦੋਂ ਵੀ ਮਨੁੱਖੀ ਨੂੰ ਕੋਈ ਦੁੱਖ ਪੈਂਦਾ ਹੈ ਤੇ ਸਭ ਤੋਂ ਪਹਿਲੇ ਸਾਡੇ ਰਿਸ਼ਤੇਦਾਰ ਸਾਡੇ ਕੋਲ ਪਹੁੰਚਦੇ। ਬਿਲਕੁਲ। ਔਰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਹਾਜ਼ਰੀ ਦੇ ਵਿੱਚ ਖੁਸ਼ੀਆਂ ਜਿਹੜੀਆਂ ਕਈ ਗੁਣਾ ਵੱਧ ਜਾਂਦੀਆਂ ਨੇ ਤੇ ਦੁੱਖ ਜਿਹੜੇ ਨੇ ਕਈ ਗੁਣਾ ਘਟ ਜਾਂਦੇ ਨੇ। ਰਿਸ਼ਤਿਆਂ ਤੋਂ ਬਿਨਾਂ ਇਹ ਜੀਵਨ ਅਧੂਰਾ ਹੈ। ਇਸ ਕਰਕੇ ਮਨੁੱਖ ਨੂੰ ਰਿਸ਼ਤਿਆਂ ਨੂੰ ਸੰਭਾਲਣ ਵਾਸਤੇ, ਸੰਵਾਰਨ ਵਾਸਤੇ ਔਰ ਇਹਨਾਂ ਨੂੰ ਹਮੇਸ਼ਾ ਬਣਾਏ ਰੱਖਣ ਵਾਸਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਸਾਰਾ ਜੀਵਨ ਇਸ ਰਿਸ਼ਤਿਆਂ ਦਾ ਆਨੰਦ ਮਾਣ ਸਕਣ। ਭਾਰਤੀ ਸੱਭਿਆਚਾਰ ਦੇ ਸੰਦਰਭ 'ਚ ਗੱਲ ਕਰਨੀ ਹੋਵੇ, ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਰਿਸ਼ਤੇ ਆਪਣੇ ਤਰੀਕੇ ਦੇ ਨਾਲ ਜਿਉਏ ਜਾਂਦੇ, ਔਰ ਜੇ ਬਿਨਾਂ ਰਿਸ਼ਤਿਆਂ ਤੋਂ ਤਸੱਵੁਰ ਕਰੀਏ ਦੁਨੀਆ ਤੇ ਦੁਨੀਆ ਕੁਝ ਵੀ ਨਹੀਂ ਹੈਗੀ, ਹੈ ਨਾ। ਭਾਰਤੀ ਸੰਦਰਭ ਦੇ ਵਿੱਚ ਜੇ ਰਿਸ਼ਤਿਆਂ ਨੂੰ ਦੇਖੀਏ ਤੇ ਕਿਵੇਂ ਐਕਸਪਲੇਨ ਕਰ ਸਕਦੇ ਹਾਂ ਇਹਨਾਂ ਨੂੰ? ਜੇ ਆਪਾਂ ਦੇਖੀਏ ਸਾਡੀ ਪਹਿਚਾਣ ਹੀ ਰਿਸ਼ਤਿਆਂ ਨਾਲ ਬਣਦੀ ਹੈ। ਕਿਸੇ ਦਾ ਕੋਈ ਮਾਮਾ ਹੈ, ਕੋਈ ਚਾਚਾ ਹੈ, ਕੋਈ ਤਾਇਆ ਹੈ, ਕੋਈ ਭੂਆ ਹੈ, ਮਾਂ ਹੈ, ਪਿਓ, ਇੰਨੇ ਰਿਸ਼ਤੇ ਨੇ ਤੇ ਸਾਡੀ ਪਹਿਚਾਣ ਹੀ ਰਿਸ਼ਤਿਆਂ ਨਾਲ ਬਣਦੀ ਹੈ। ਤੇ ਜੇ ਭਾਰਤੀ ਸੱਭਿਅਤਾ ਸੰਸਕ੍ਰਿਤੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਵੱਡੇ ਸੀ, ਬਜ਼ੁਰਗ ਸੀ, ਉਹ ਬਹੁਤ ਸਿਆਣੇ ਸੀ। ਉਹਨਾਂ ਨੇ ਹਰ ਰਿਸ਼ਤੇ ਨੂੰ ਕਿਸੇ ਨਾ ਕਿਸੇ ਇਸ ਤਰ੍ਹਾਂ ਸੰਬੰਧ ਨਾਲ ਜੋੜ ਦਿੱਤਾ ਤਾਂ ਕਿ ਇੰਨੇ ਮਜ਼ਬੂਤ ਬਣਨ, ਤਾਂ ਕਿ ਹਰ ਮਨੁੱਖ ਇਹਨਾਂ ਰਿਸ਼ਤਿਆਂ ਦਾ ਆਨੰਦ ਉਠਾ ਸਕੇ। ਜੇ ਆਪਾਂ ਰਿਸ਼ਤਿਆਂ ਦੀ ਗੱਲ ਕਰੀਏ ਤੇ ਭੈਣ ਭਰਾ ਦਾ ਰਿਸ਼ਤਾ ਜਿਹੜਾ ਬਹੁਤ ਹੀ ਪਿਆਰਾ ਰਿਸ਼ਤਾ, ਕਿਉਂਕਿ ਸਾਰਿਆਂ ਨੇ ਬਚਪਨ ਇਕੱਠਾ ਹੰਡਾਇਆ ਹੁੰਦਾ ਹੈ। ਅਸੀਂ ਇਹਨਾਂ ਨੂੰ ਸ਼ਾਇਦ ਭਾਰਤੀ ਸੱਭਿਆਚਾਰ ਦੇ ਸੰਦਰਭ ਸਮਝਦੇ ਹੋਏ ਤਿਉਹਾਰਾਂ ਜਾਂ ਕੁਝ ਖਾਸ ਮੌਕਿਆਂ ਨਾਲ ਜੋੜ ਕੇ ਦੇਖ ਸਕਦੇ ਹਾਂ। ਇਹ ਗੱਲ ਤੁਸੀਂ ਜਿਹੜੀ ਕਹੀਏ, ਤਿਉਹਾਰ ਰੱਖੜੀ ਦਾ ਤਿਉਹਾਰ ਜਿਹੜਾ ਉਹ ਕਿੰਨਾ ਮਸ਼ਹੂਰ ਹੈ, ਕਿੰਨਾ ਪਵਿੱਤਰ ਹੈ। ਔਰ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਰੱਖੜੀ ਦਾ ਤਿਉਹਾਰ ਆਉਂਦਾ ਹੈ, ਬਾਜ਼ਾਰ ਸੱਜ ਜਾਂਦੇ ਨੇ, ਭੈਣਾਂ ਤਿਆਰ ਹੋ ਕੇ ਰੱਖੜੀਆਂ ਖਰੀਦਣ ਜਾਂਦੀਆਂ। ਹੁਣ ਤਾਂ ਇਹਨਾਂ ਨੇ ਹੋਰ ਵੀ ਰੂਪ ਬਦਲ ਦਿੱਤਾ। ਬਿਲਕੁਲ। ਹੁਣ ਤਾਂ ਉਸ ਤੋਂ ਜ਼ਿਆਦਾ ਵੀ ਚਾਅ ਵੱਧ ਗਏ, ਪਰ ਕਿਤੇ ਨਾ ਕਿਤੇ ਇਹ ਨਾਲ ਥੋੜਾ ਜਿਹਾ ਵਪਾਰਿਕ ਵੀ ਹੋ ਗਿਆ। ਬਿਲਕੁਲ। ਕਿ ਭੈਣਾਂ ਵੀ ਆਸ ਕਰਨ ਲੱਗ ਗਈਆਂ ਕਿ ਅਸੀਂ ਇਹ ਕਰਕੇ ਜਾਵਾਂਗੇ, ਸਾਡਾ ਭਰਾ ਕੀ ਦੇਵੇ। ਸੱਭਿਅਤਾ ਦੇ ਵਿੱਚ ਇਹ ਨਹੀਂ ਸੀ ਕਿ ਇਸ ਨੂੰ ਇੱਕ ਇਸ ਤਰ੍ਹਾਂ ਦੀ ਨਜ਼ਰ ਨਾਲ ਦੇਖਿਆ ਜਾਏ। ਉਹਨਾਂ ਦਾ ਵਿਚਾਰ ਇਹ ਸੀ ਕਿ ਜੇ ਭੈਣ ਲੰਮੀ ਉਮਰ ਵਾਸਤੇ ਆਸ ਕਰਦੀ ਹੈ ਤੇ ਭਰਾ ਹਮੇਸ਼ਾ ਉਹਦੀ ਰੱਖਿਆ ਵਾਸਤੇ। ਤੇ ਇਹ ਭਾਵਨਾ ਹੋਣੀ ਚਾਹੀਦੀ ਹੈ ਜੀ। ਜਦੋਂ ਕੁਝ ਦਿੰਦਾ ਹੈ ਤੇ ਉਸ ਨੂੰ ਉਸ ਚੀਜ਼ ਦਾ ਧਿਆਨ ਆਉਣਾ ਚਾਹੀਦਾ ਹੈ ਕਿ ਉਹ ਕਿਹੜਾ ਬਚਪਨ ਸੀ ਜਦੋਂ ਅਸੀਂ ਦੋਵਾਂ ਨੇ ਇੱਕ ਕਦਮ ਨਾਲ ਚੱਲਿਆ ਸੀ। ਫਿਰ ਜਦੋਂ ਉਹਦੀ ਸੋਚ ਇਹ ਹੋਏਗੀ ਜਾਂ ਭੈਣ ਦੀ ਸੋਚ ਹੋਏਗੀ ਕਿ ਮੈਂ ਉਦੋਂ ਆਪਣੀ ਚੀਜ਼ ਵੀ ਕੱਢ ਕੇ ਆਪਣੇ ਭਰਾ ਨੂੰ ਦੇ ਦਿੰਦੀ ਸੀ, ਤੇ ਰਿਸ਼ਤੇ ਜਿਹੜੇ ਨੇ ਬਹੁਤ ਨੇੜੇ ਹੋਣਗੇ। ਇਸ ਕਰਕੇ ਇਸ ਰਿਸ਼ਤਿਆਂ ਨੂੰ ਕਿਸੇ ਵੀ ਉਮੀਦ ਨਾਲ, ਆਸ ਨਾਲ ਨਹੀਂ ਤੋਲਣਾ ਚਾਹੀਦਾ, ਬਲਕਿ ਪਿਆਰ, ਭਰੋਸੇ ਤੇ ਇਮਾਨਦਾਰੀ ਨਾਲ ਚੱਲਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰਿਸ਼ਤੇ ਨੇ। ਅਸੀਂ ਜਿਸ ਤਰ੍ਹਾਂ ਵਿਆਹ ਸ਼ਾਦੀਆਂ 'ਚ ਦੇਖਦੇ ਹਾਂ ਕਿ ਹਰ ਰਿਸ਼ਤੇ ਨੇ ਕਿਸੇ ਨਾ ਕਿਸੇ ਸੰਬੰਧ ਨਾਲ ਬੰਧਿਆ ਹੋਇਆ। ਜੇ ਵਿਆਹ ਹੁੰਦਾ ਹੈ ਤੇ ਭੈਣਾਂ ਵਾਗ ਹੁੰਦੀਆਂ। ਹਾਂ, ਜੇ ਸ਼ੁਰੂਆਤ ਕਰ ਲਈਏ, ਭਰਜਾਈ ਸਿਹਰਾ ਬੰਨ੍ਹਦੀਆਂ, ਸੁਰਮਾ ਪਾਉਂਦੀ ਹੈ,
ਚਾਚੀਆਂ, ਤਾਈਆਂ, ਮਾਮੀਆਂ, ਭੂਆ, ਦਾਦੀਆਂ, ਫੁੱਫ, ਉਹ ਸਾਰੀਆਂ ਸੁਹਾਗ ਗੀਤ ਘੋੜੀਆਂ ਗਾਉਂਦੀਆਂ ਜੀ। ਤੇ ਅੱਜ ਤੋਂ 15-20 ਸਾਲ ਪਿੱਛੇ ਦਾ ਵਿਆਹ ਦੇਖੀਏ ਤੇ ਉਹ ਵਿਆਹ ਅਸਲੀ ਵਿਆਹ ਹੁੰਦੇ ਸੀ। ਹੁਣ ਤਾਂ ਇਹ ਵਿਆਹ ਜਿਹੜੇ ਨੇ ਮੈਰਿਜ ਪੈਲਸਾਂ 'ਚ ਪਹੁੰਚ ਗਏ। ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਜੇ ਕਹਿ ਲਓ ਕਿ ਖੂਨ ਦੇ ਰਿਸ਼ਤੇ ਤਾਂ ਹੋ ਗਏ ਕਿ ਵਿਆਹ ਦੇ ਵਿੱਚ ਪੂਰਾ ਪਿੰਡ ਜਿਹੜਾ ਭਾਗੀਦਾਰ ਹੁੰਦਾ ਸੀਗਾ ਕਿ ਪਿੰਡ ਦੇ ਵਿੱਚ ਧੀ ਦਾ ਜਾਂ ਪੁੱਤ ਦਾ ਵਿਆਹ ਵਾ ਔਰ ਗਲੀਆਂ ਨਾਲੀਆਂ ਸਾਫ਼ ਤੇ ਪੂਰੀ ਬਰਾਤ ਨੂੰ ਸੰਭਾਲਣ ਦੇ ਲਈ ਬਿਲਕੁਲ ਬਿਲਕੁਲ ਉਹ ਰਿਸ਼ਤੇ ਜਿਹੜੇ ਸੀ ਅਸਲੀ ਰਿਸ਼ਤੇ ਸੀ। ਜਿੱਦਾਂ ਕਹਿੰਦੇ ਮਕਾਨ ਕੱਚੇ ਤੇ ਰਿਸ਼ਤੇ ਪੱਕੇ ਜੀ। ਤੇ ਉਦੋਂ ਇੱਕ ਜੇ ਧੀ ਦਾ ਵਿਆਹ ਹੁੰਦਾ ਸੀ ਤੇ ਉਹ ਸਾਰੇ ਪਿੰਡ ਦੀ ਧੀ ਦਾ ਵਿਆਹ ਹੁੰਦਾ ਸੀ। ਦੇਖੋ, ਤੇ ਉਹਦੇ ਵਿੱਚ ਸਾਰੇ ਉਹ ਵਾਕਈ ਹੀ ਬਹੁਤ ਆਨੰਦਮਈ ਪੀੜ੍ਹੀਆਂ ਗੰਢਾਂ ਜਿਹੜੀਆਂ ਰਿਸ਼ਤੇ ਦੀਆਂ ਹੋਰ ਜਿਹੜੀਆਂ ਹੋ ਜਾਂਦੀਆਂ ਸੀ। ਬਿਲਕੁਲ, ਪਰ ਫਿਰ ਇਹ ਸਮੇਂ ਦੇ ਨਾਲ ਚੱਲਣਾ ਪੈਂਦਾ। ਸਮਾਂ ਪਰਿਵਰਤਨਸ਼ੀਲ ਹੈ, ਉਹਦੇ ਨਾਲ ਚੱਲਣਾ ਵੀ ਜ਼ਰੂਰੀ ਹੈ। ਜੀ। ਪਰ ਪਰਿਵਰਤਨ ਦੇ ਨਾਲ ਚੱਲਣ ਦੇ ਨਾਲ ਆਪਾਂ ਪਿਛਲੀ ਆਪਣੀ ਜੜ ਨੂੰ ਨਹੀਂ ਤੋੜ ਦੇਣਾ ਚਾਹੀਦਾ। ਜਿਹੜੇ ਲੋਕ ਜੜ ਦੇ ਨਾਲ ਹਮੇਸ਼ਾ ਬੰਦੇ ਰਹਿੰਦੇ ਉਹੀ ਹਮੇਸ਼ਾ ਤਰੱਕੀ ਕਰਦੇ ਨੇ। ਇਸੇ ਕਰਕੇ ਕਿਹਾ ਜਾਂਦਾ ਹੈ ਕਿ USA ਦੇ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ 'ਚ ਸਰਵੇ ਕੀਤਾ ਗਿਆ ਤੇ ਉੱਥੇ ਪਾਇਆ ਗਿਆ ਕਿ ਜਿਹੜੇ ਲੋਕ ਅੱਜ ਸਕਸੈਸਫੁਲ ਹੋਏ ਨੇ, ਕਿਸੇ ਮੁਕਾਮ ਤੇ ਪਹੁੰਚੇ ਨੇ, ਕਿਸੇ ਸਫਲਤਾ ਨੂੰ ਨਾ ਛੂਇਆ, ਉਹਨਾਂ ਨੇ ਰਿਸ਼ਤਿਆਂ ਨੂੰ ਬਹੁਤ ਅੱਛੀ ਤਰ੍ਹਾਂ ਨਿਭਾਇਆ। ਉਹਦਾ ਕਾਰਨ ਕੀ ਹੈ? ਜਦੋਂ ਤੁਸੀਂ ਰਿਸ਼ਤੇ ਨਿਭਾਓਗੇ ਉਹ ਸਹਿਨਸ਼ੀਲਤਾ ਤੋਂ ਬਿਨਾਂ ਨਹੀਂ ਨਿਭਦੇ। ਬਿਲਕੁਲ ਸਹੀ। ਉਹ ਮਿੱਠੀ ਬੋਲੀ ਤੋਂ ਬਿਨਾਂ ਨਹੀਂ ਨਿਭਦੇ। ਤੇ ਇਹੀ ਰਿਸ਼ਤਿਆਂ ਨੂੰ ਨਿਭਾਉਣ ਦੇ ਸਭ ਤੋਂ ਇੰਪੋਰਟੈਂਟ ਟੂਲਸ ਨੇ। ਜਦੋਂ ਤੁਸੀਂ ਇਹ ਵਰਤਦੇ ਹੋ ਤੇ ਜਦੋਂ ਤੁਹਾਡੇ 'ਚ ਇਹ ਚੀਜ਼ਾਂ ਆ ਜਾਂਦੀਆਂ, ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਤੁਸੀਂ ਬੜਾ ਸਕੂਨ ਮਹਿਸੂਸ ਕਰਦੇ ਹੋ। ਜੇ ਇੱਕ ਭੈਣ ਭਰਾ ਅਮੀਰ ਹੈ ਜੀ, ਇੱਕ ਗਰੀਬ ਹੈ, ਤਾਂ ਬਹੁਤ ਸਾਰੀ ਵਾਰੀ ਤੁਸੀਂ ਦੇਖਿਆ ਹੋਣਾ ਵੀ ਮਾੜੇ ਭਰਾ ਨੂੰ ਬੁਲਾਉਂਦੇ ਹੀ ਨਹੀਂ ਵਿਆਹ 'ਚ, ਮਹੱਤਵ ਹੀ ਨਹੀਂ ਹੁੰਦਾ ਉਹ। ਠੀਕ ਹੈ ਨਾ, ਕਿ ਇਹਨੇ ਸਾਨੂੰ ਕੀ ਦੇਣਾ, ਇਹਨੇ ਸਾਡਾ ਕੀ ਕਰਨਾ। ਇਸ ਕਰਕੇ ਜਿਹੜੀ ਸਾਡੀ ਸੋਚ ਹੈ, ਇਹ ਰਿਸ਼ਤਿਆਂ ਨੂੰ ਇਸੇ ਕਰਕੇ ਬਣਾਇਆ ਸੀ ਕਿ ਰਿਸ਼ਤੇ ਅਮੀਰੀ ਗਰੀਬੀ ਨਾਲ ਕੋਈ ਮਾਇਨੇ ਨਹੀਂ ਰੱਖਦੇ। ਬਿਲਕੁਲ ਸਹੀ। ਰਿਸ਼ਤੇ ਖੂਨ ਦੇ ਰਿਸ਼ਤੇ ਨੇ ਔਰ ਇਹ ਰਿਸ਼ਤੇ ਪਵਿੱਤਰ ਨੇ। ਇਹਨਾਂ ਨੂੰ ਪਵਿੱਤਰਤਾ ਨਾਲ ਹੀ ਨਿਭਾਇਆ ਜਾਣਾ ਚਾਹੀਦਾ। ਇਸ ਦੇ ਇਲਾਵਾ ਹੋਰ ਬੜੇ ਰਿਸ਼ਤੇ ਨੇ। ਆਪਾਂ ਦੇਖਦੇ ਵੀ ਸਾਡੇ ਵਿਆਹਾਂ ਦੇ ਵਿੱਚ ਮਿਲਣੀਆਂ ਕਰਾਉਂਦੇ ਨੇ, ਨੌਗਿਆਂ ਦਾ ਰਿਵਾਜ ਹੈ। ਉਹ ਇਸੇ ਕਰਕੇ ਅਹਿਸਾਸ ਕਰਾਉਣ ਕਰਕੇ ਕਿ ਜਿੰਨੇ ਵੀ ਸਾਡੇ ਆਲੇ ਦੁਆਲੇ ਖੂਨੀ ਰਿਸ਼ਤੇ ਨੇ ਜਾਂ ਪਿਆਰ ਦੇ ਰਿਸ਼ਤੇ ਨੇ, ਉਹਨਾਂ ਨੂੰ ਕੁਛ ਨਾ ਕੁਛ ਐਜ਼ ਅ ਗਿਫਟ ਦਿੱਤੇ ਜਾਂਦੇ ਨੇ। ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਮੈਮ ਕਿ ਇੱਕ ਹੁੰਦਾ ਨਾ ਕਿ ਤੁਸੀਂ ਬਹੁਤ ਕਿਸੇ ਨੂੰ ਪਿਆਰ ਕਰਦੇ ਆ, ਪਰ ਸਾਡੇ ਇੱਕ ਪੁਰਾਤਨ ਸੱਭਿਆਚਾਰ ਵੀ ਉਹਨੂੰ ਐਕਸਪ੍ਰੈਸ ਨਹੀਂ ਕੀਤਾ, ਉਹਨੂੰ ਵਿਅਕਤ ਨਹੀਂ ਕੀਤਾ ਜਾਂਦਾ ਕਿਸੇ ਦੇ ਸਾਹਮਣੇ। ਸ਼ਾਇਦ ਇਹੀ ਤਾਂ ਨਹੀਂ ਵਜ੍ਹਾ ਕਿ ਜਿਹੜੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਜਿਹੜੇ ਸਿਆਣੇ ਬਜ਼ੁਰਗ ਸੀਗੇ, ਉਹਨਾਂ ਨੇ ਹਰ ਇੱਕ ਤਿਉਹਾਰ ਦੇ ਨਾਲ ਰਿਸ਼ਤਿਆਂ ਨੂੰ ਬੰਨ੍ਹ ਦਿੱਤਾ ਕਿ ਕੋਈ ਖਾਸ ਦਿਨ ਆਉਂਦਾ ਜਦੋਂ ਜੇ ਸਾਰੀ ਉਮਰ ਅਸੀਂ ਆਪਣੇ ਭਰਾ ਨੂੰ ਇਹ ਨਹੀਂ ਕਹਿ ਪਾਏ ਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ, ਜਾਂ ਉਹ ਭੈਣ ਨੂੰ ਨਹੀਂ ਕਹਿ ਪਾਇਆ, ਤੇ ਰੱਖੜੀ ਵਾਲੇ ਦਿਨ ਇੱਕ ਹੁੰਦਾ ਹੈ ਕਿ ਤੁਸੀਂ ਕਹਿੰਦੇ ਆ, ਜਾਂ ਵਿਆਹ ਸ਼ਾਦੀਆਂ ਦੇ ਵਿੱਚ ਹੁੰਦਾ ਹੈ ਕਿ ਚਾਚੇ ਤਾਇਆਂ ਦੀਆਂ ਮਿਲਣੀਆਂ ਕਰਵਾਈਆਂ ਜਾਂਦੀਆਂ ਕਿ ਤੁਸੀਂ ਵੀ ਸਾਡੇ ਲਈ ਇੰਪੋਰਟੈਂਟ ਆ, ਸਾਡੇ ਬੱਚੇ ਦੇ ਖਾਸ ਦਿਨ। ਇਹ ਵਜ੍ਹਾ ਹੋ ਸਕਦੀ ਹੈ। ਬਿਲਕੁਲ। ਇਸੇ ਕਰਕੇ ਦੇਖੋ ਹੁਣ ਕਰਵਾ ਚੌਥ ਦਾ ਤਿਉਹਾਰ ਆ ਰਿਹਾ, ਠੀਕ ਹੈ, ਉਹਦੇ ਵਿੱਚ ਜਿਹੜੀ ਸੱਸ ਹੈ ਉਹ ਆਪਣੀ ਨੂੰਹ ਨੂੰ ਸਰਗੀ ਦੇ ਰੂਪ ਵਿੱਚ ਦਿੰਦੀ ਹੈ ਜੀ। ਔਰ ਉਹ ਕਿਸ ਕਰਕੇ ਦਿੰਦੀ ਕਿ ਮੇਰੇ ਪੁੱਤਰ ਦੀ ਤੂੰ ਲੰਬੀ ਉਮਰ ਤੰਦਰੁਸਤੀ ਵਾਸਤੇ ਵਰਤ ਰੱਖ। ਔਰ ਜਿਹੜੀ ਨੂੰਹ ਹੈ ਉਹ ਉਸ ਨੂੰ ਬਏ ਦੇ ਰੂਪ ਵਿੱਚ ਕਹਿੰਦੀ ਕਿ ਮੈਂ ਤੁਹਾਡੀ ਸਾਰੀ ਗੱਲ ਮੰਨਾਂਗੀ ਔਰ ਤੁਹਾਡਾ ਪੁੱਤਰ ਔਰ ਮੇਰਾ ਪਤੀ ਦੋਨੋਂ ਆਪਣਾ ਆਪਣਾ ਵਰਤ ਵੀ ਰੱਖ ਸਕਦੀਆਂ ਨੇ। ਪਰ ਇਸ ਰਿਸ਼ਤੇ ਨੂੰ ਜੋੜਨ ਵਾਸਤੇ, ਕਿਉਂਕਿ ਬਹੁਤ ਵਾਰੀ ਨੂੰਹ ਸੱਸ ਦੇ ਵਿੱਚ ਅਕਸਰ ਖਟਾਸ ਆ ਜਾਂਦੀ ਹੈ ਜੀ, ਠੀਕ ਹੈ, ਉਸ ਖਟਾਸ ਨੂੰ ਖਤਮ ਕਰਨ ਵਾਸਤੇ ਜੇ ਕਿਤੇ ਤੁਸੀਂ ਰੁੱਸੇ ਹੋਏ ਹੋ, ਜੇ ਕਿਤੇ ਤੁਹਾਡੇ ਮਨ ਦੇ ਵਿੱਚ ਹੈ, ਤੇ ਇਹ ਵਕਤ ਫਿਰ ਜਿਹੜਾ ਹੈ ਉਹ ਇਕੱਠਾ ਕਰ ਦਿੰਦਾ। ਤੇ ਉਸ ਕਰਕੇ ਰਿਸ਼ਤੇ ਦਾ ਸੰਬੰਧ ਤੀਜ ਤਿਉਹਾਰਾਂ ਨਾਲ ਜੋੜਿਆ, ਤਾਂ ਕਿ ਜੇ ਕਿਸੇ ਵੇਲੇ ਤੁਹਾਡੇ ਮਨ 'ਚ ਹੈ ਤੇ ਇਹ ਰਿਸ਼ਤੇ ਤੁਹਾਨੂੰ ਦੁਬਾਰਾ ਇਹ ਤਿਉਹਾਰਾਂ ਨਾਲ ਜੋੜ ਦੇਣ ਤੇ ਤੁਹਾਡਾ ਜੀਵਨ ਫਿਰ ਖੁਸ਼ਹਾਲ ਬਣ ਜਾਏ। ਅਸੀਂ ਭਾਰਤੀ ਸੱਭਿਆਚਾਰ ਦੇ ਸੰਦਰਭ 'ਚ ਗੱਲ ਕਰ ਰਹੇ ਹਾਂ, ਵਿਆਹਾਂ ਦਾ ਜ਼ਿਕਰ ਕਰ ਦਿੱਤਾ ਤੁਸੀਂ, ਰੱਖੜੀ ਦਾ ਜ਼ਿਕਰ ਕਰ ਦਿੱਤਾ, ਕਰਵਾ ਚੌਥ ਦਾ ਆ ਗਿਆ, ਲੋਹੜੀ ਦਾ ਜ਼ਿਕਰ। ਜੇ ਦੇਖਿਆ ਜਾਵੇ ਹੁਣ ਤਾਂ ਖੈਰ ਸਮਾਂ ਜਿਹੜਾ ਬਦਲ ਰਿਹਾ ਕਿ ਅਸੀਂ ਕੁੜੀਆਂ ਦੇ ਲਈ ਵੀ ਲੋਹੜੀ ਕਰਦੇ ਹਾਂ, ਪਰ ਰੱਖੜੀ ਇੱਕ ਕੁੜੀਆਂ ਦੇ ਤਿਉਹਾਰ ਵਜੋਂ ਹੁੰਦਾ। ਲੋਹੜੀ ਦੇ ਵਿੱਚ ਵੀ ਇੰਪੋਰਟੈਂਸ ਸਿਰਫ ਬੱਚੇ ਦੇ ਲਈ, ਬੇਟੇ ਦੇ ਲਈ ਹੋਈ ਆ ਜਾਂ ਫਿਰ ਉਹਨੂੰ ਵੀ? ਨਹੀਂ, ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਇਹ ਸਾਲ ਦਾ ਸਭ ਤੋਂ ਪਹਿਲਾ ਤੇ ਵੱਡਾ ਸਮਾਜਿਕ ਤਿਉਹਾਰ ਹੁੰਦਾ ਹੈ ਜੀ। ਇਹ ਕਿਤੇ ਨਹੀਂ ਲਿਖਿਆ ਹੋਇਆ। ਜੇ ਆਪਾਂ ਉਹਦੀ ਉਦਾਂ ਪੜ੍ਹੀਏ ਤੇ ਦੁੱਲਾ ਭੱਠੀ ਵਾਲਾ, ਉਹਨਾਂ ਨੇ ਲੜਕੀ ਵਾਸਤੇ ਦੋ ਬੇਟੀਆਂ ਨੂੰ ਬਚਾਇਆ ਸੀ ਜੀ, ਠੀਕ ਹੈ। ਇਹ ਠੀਕ ਹੈ, ਸਾਡੀ ਸੱਭਿਅਤਾ ਨੇ ਉਹਦੇ ਨਾਲ ਜੋੜ ਲਿਆ। ਹੁਣ ਤੁਸੀਂ ਦੇਖਦੇ ਹੋਗੇ ਬੇਟੀਆਂ ਦੀ ਵੀ ਲੋਹੜੀ ਮਨਾਈ ਜਾ ਰਹੀ ਹੈ, ਹਾਂਜੀ, ਠੀਕ ਹੈ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਤਿਉਹਾਰ ਜਿਹੜਾ ਹੁਣ ਬਿਲਕੁਲ ਬੇਟਿਆਂ ਨਾਲ ਸੰਬੰਧਿਤ। ਅੱਗੇ ਹੁੰਦਾ ਸੀ ਜਦੋਂ ਕਿਸੇ ਦੀ ਸ਼ਾਦੀ ਹੁੰਦੀ ਸੀ ਜਾਂ ਬੇਟਾ ਹੁੰਦਾ ਸੀ ਤੇ ਇਹ ਲੋਹੜੀ ਮਨਾਈ ਜਾਂਦੀ ਸੀ। ਹੁਣ ਇਹ ਧੀਆਂ ਦੀ ਵੀ ਲੋਹੜੀ ਮਨਾਈ ਜਾਂਦੀ। ਇਸ ਦੇ ਵਿੱਚ ਧੀ ਦੇ ਰਿਸ਼ਤੇ ਨੂੰ ਇੰਪੋਰਟੈਂਸ ਦਿੱਤੀ ਜਾ ਰਹੀ ਕਿ ਧੀਆਂ ਵੀ ਓਨੀਆਂ ਹੀ ਬਰਾਬਰ ਨੇ, ਓਨੀਆਂ ਹੀ ਜ਼ਰੂਰੀ ਨੇ ਜਿੰਨਾ ਪੁੱਤਰ।
ਕਹਿ ਸਕਦੇ ਹਾਂ ਕਿ ਧੀ ਦਾ ਕਰਕੇ ਘਰ ਦੇ ਵਿੱਚ ਰਿਸ਼ਤੇ ਜਿਹੜੇ ਥੋੜੇ ਜਿਹੇ ਹੋਰ ਸੋਹਣੇ ਤਰੀਕੇ ਦੇ ਨਾਲ ਉੱਭਰ ਕੇ ਖਿਲ ਕੇ ਮਿਲਦੇ ਆ ਤੁਹਾਨੂੰ। ਮੈਨੂੰ ਯਾਦ ਹੈ ਕਿ ਇੱਕ ਬਹੁਤ ਪਹਿਲਾਂ ਕਵਿਤਾ ਪੜ੍ਹੀ ਸੀ, ਉਹਦਾ ਮਤਲਬ ਹੀ ਇਹ ਸੀਗਾ ਕਿ ਜੇ ਤੁਹਾਡੇ ਘਰ ਦੇ ਵਿੱਚ ਬੇਟੀਆਂ ਹੈ ਤੇ ਹਰ ਤਿਉਹਾਰ ਆਉਣ ਤੋਂ ਪਹਿਲਾਂ ਜਿਹੜੀ ਆਮਦ ਤਿਉਹਾਰਾਂ ਦੀ ਬੇਟੀਆਂ ਕਰਕੇ ਘਰ ਦੇ ਸਫਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਾਲੇ ਲੈਣੇ ਸ਼ੁਰੂ ਹੋ ਜਾਂਦੇ ਆ ਦੀਵਾਲੀ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ। ਜੀ, ਜੇ ਤੁਸੀਂ ਬੇਟੀ ਦੀ ਗੱਲ ਕਰੋ, ਸ਼ਾਇਦ ਤੁਸੀਂ ਅਜੇ ਵੀ ਸੁਣਿਆ ਹੋਵੇਗਾ ਕਿ ਜਦੋਂ ਕੋਈ ਭਰਾ ਮਕਾਨ ਪਾਉਂਦਾ ਹੈ ਤੇ ਭੈਣ ਨੂੰ ਸਾਦਾ ਦਲੀ ਤੇ ਮੌਲੀ ਉਹ ਚੜਾਉਂਦੀ। ਇਹ ਦੇਖੋ ਕਿ ਚਾਹੇ ਕਦੋਂ ਦੀ ਉਹ ਚਲੀ ਜਾਂਦੀ ਹੈ। ਮੈਂ ਤੇ ਇੱਕ ਹੋਰ ਗੱਲ ਕਹਾਂਗੀ ਜੀ, ਬਚਪਨ ਤੋਂ, ਜਨਮ ਤੋਂ ਲੈ ਕੇ ਮਰਨ ਤੱਕ ਧੀ ਦਾ ਰਿਸ਼ਤਾ ਮਾਪਿਆਂ ਨਾਲ ਜੁੜਿਆ ਰਿਹਾ। ਬਿਲਕੁਲ, ਕਿੰਨਾ ਇੰਪੋਰਟੈਂਟ ਰਿਸ਼ਤਾ ਹੈ। ਤੁਹਾਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਹੋਵੇ, ਜਦੋਂ ਕਹਿੰਦੇ ਰੱਬ ਨਾ ਕਰੇ ਕਿਸੇ ਦਾ ਆਦਮੀ ਪੂਰਾ ਹੋ ਜਾਂਦਾ ਹੈ ਤੇ ਇੱਕ ਸਾਡਾ ਇੱਕ ਵਿਵਹਾਰ ਕਹਾਂਗੇ, ਮੋੜਵੀ ਮਕਾਨ ਕਹਿੰਦੇ ਜੀ, ਉਸ ਨੂੰ ਲੈ ਜਾਂਦਾ ਭਰਾ ਕਿ ਜੇ ਸਾਡਾ ਅਸੀਂ ਜਿਹੜਾ ਸੇੜਿਆ ਸੀ ਜੇ ਚਲਾ ਗਿਆ ਤੇ ਅਸੀਂ ਨੂੰ ਉਸ ਲਈ ਪੁੱਤਰ ਉਹਨੂੰ ਲੈਣ ਆਉਂਦਾ। ਕੀ ਬਾਤ ਹੈ। ਪੁੱਤਰ ਉਹਨੂੰ ਲੈਣ ਆਉਂਦਾ ਕਿ ਨਹੀਂ ਹੁਣ ਮੇਰੀ ਮਾਂ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਤੁਹਾਡੀ ਭੈਣ ਨੂੰ ਮੈਂ ਬੜੀ ਚੰਗੀ ਤਰ੍ਹਾਂ ਰੱਖਾਂਗੀ। ਦੇਖੋ ਇਸ ਰਿਸ਼ਤੇ ਵਿੱਚ ਇੱਕ ਭੈਣ, ਇੱਕ ਭਰਾ ਔਰ ਇੱਕ ਪੁੱਤਰ, ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਨੇ। ਇਹ ਹੈ ਸਾਡੀ ਰਿਸ਼ਤਿਆਂ ਦਾ ਗੱਠਜੋੜ, ਖੂਬਸੂਰਤੀ। ਹਾਂ, ਪਰ ਕਹਿੰਦੇ ਇੱਥੇ ਇੱਕ ਸੰਤ ਜੀ ਨੇ ਕਿਹਾ ਸੀ ਰਿਸ਼ਤਾ ਜਿਹੜਾ ਹੈ ਉਹ ਪਿਆਰ ਦਾ ਹੁੰਦਾ, ਮਤ ਤੋੜੋ ਚਟਕਾਏ, ਜੀ, ਜੋੜੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਬਿਲਕੁਲ। ਤੇ ਜਦੋਂ ਵੀ ਤੁਸੀਂ ਕੋਈ ਰਿਸ਼ਤੇ ਨੂੰ ਥੋੜੀ ਜਿਹੀ ਕੋਈ ਕਮੀ ਪੇਸ਼ੀ ਆਂਦੀ ਏ, ਉਹਦੇ ਵਿੱਚ ਆਪਣੀ ਈਗੋ ਨਾ ਲਿਆਓ, ਉਹਦੇ ਚ ਆਪਣਾ ਅਹਿਮ ਨਾ ਲਿਆਓ, ਆਪਣਾ ਹੰਕਾਰ ਨਾ ਲਿਆਓ। ਜੇ ਥੋੜਾ ਜਿਹਾ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਚੁੱਕਣਾ ਪਵੇ ਤੇ ਜ਼ਰੂਰ ਚੁੱਕ ਜਾਓ। ਦੋਨੋਂ ਤਰਫੀ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਓ। ਇੱਕ ਤੁਸੀਂ ਥੋੜੀ ਦੇਰ ਪਹਿਲਾਂ ਇੱਕ ਅਖਾਣ ਜਿਹੜਾ ਬੋਲ ਰਹੇ ਸੀ, ਭੂਆ ਭਤੀਜਿਓ ਨਾਨੀ ਦੋਤਰਿਓ, ਉਹਦਾ ਮੈਂ ਜ਼ਰੂਰ ਚਾਹੁੰਦੀ ਹਾਂ ਕਿ ਉਹਦਾ ਜ਼ਿਕਰ ਕਰੋ, ਉਹਦਾ ਅਰਥ ਜਿਹੜਾ ਹੈ ਸਮਝਾਓ ਕਿ ਕੀ ਇਸ ਅਖਾਣ ਦਾ ਗੱਲ ਇਸ ਤਰ੍ਹਾਂ ਹੈ ਵੀ ਹੁਣ ਲੋਕਾਂ ਨੂੰ ਇਹਦੇ ਤੋਂ ਤਾਂ ਬਹੁਤ ਚੈਟ ਤੋਂ ਸਮਝ ਲੈਂਦੇ ਆ, ਮੈਸੇਜ ਪੜ੍ਹ ਲੈਂਦੇ, ਉਹ ਪਰ ਬੜੇ ਟੈਂਪਰੇਰੀ ਮੈਸੇਜ ਹੁੰਦੇ ਨੇ। ਬਿਲਕੁਲ। ਪਰ ਜਿਹੜੇ ਪਹਿਲਿਆਂ ਦੇ ਹੁੰਦੇ ਸੀ, ਕੋਈ ਕਹਿੰਦਾ ਸੀ ਸਕਿਆਂ ਦੇ ਸਾਕਲਾਂ ਨੇ, ਕਿ ਰਿਸ਼ਤੇ ਬਲੱਡ ਰਿਲੇਸ਼ਨ ਤੋਂ ਬਾਹਰ ਵੀ ਜਾ ਸਕਦੇ। ਕਿਸ ਤਰ੍ਹਾਂ ਕਈ ਵਾਰੀ ਇੱਕ ਮੈਂ ਪੜ੍ਹਿਆ ਕਿ ਇੱਕ ਬੱਚੀ ਬੜੀ ਬਿਮਾਰ ਹੋ ਗਈ ਜੀ ਤੇ ਉਸ ਨੂੰ ਕਿਸੇ ਨੇ ਬਲੱਡ ਦਿੱਤਾ ਔਰ ਉਹ ਬੱਚੀ ਬਚ ਗਈ। ਔਰ ਜਦੋਂ ਉਸ ਨੂੰ ਪਤਾ ਲੱਗਾ ਕਿ ਕਿਹੜੇ ਯੰਗ ਮੈਨ ਨੇ ਮੈਨੂੰ ਬਲੱਡ ਦਿੱਤਾ ਔਰ ਉਸਨੇ ਉਸ ਨੂੰ ਆਪਣਾ ਭਰਾ ਬਣਾ ਲਿਆ ਤੇ ਉਹ ਸਾਰੀ ਜ਼ਿੰਦਗੀ ਭੈਣ ਭਰਾ ਦਾ ਰਿਸ਼ਤਾ ਨਿਭਾਇਆ ਜੀ। ਇਸ ਕਰਕੇ ਰਿਸ਼ਤੇ ਜਿਹੜੇ ਨੇ ਉਹ ਪਿਆਰ ਮੰਗਦੇ ਨੇ। ਰਿਸ਼ਤੇ ਜਿਹੜੇ ਨੇ ਤੁਹਾਡੇ ਕੋਲ ਉਮੀਦ ਨਾ ਰੱਖੋ, ਕਿਉਂਕਿ ਕੋਈ ਵੀ ਰਿਸ਼ਤਾ ਸਮਝੌਤਿਆਂ ਤੇ ਸ਼ਰਤਾਂ ਤੇ ਨਹੀਂ ਚੱਲਦਾ। ਜਿੰਨੀਆਂ ਇਹਦੇ ਚ ਐਕਸਪੈਕਟੇਸ਼ਨਸ ਘੱਟ ਹੋਣਗੀਆਂ ਉਹਨਾਂ ਰਿਸ਼ਤੇ ਜ਼ਿਆਦਾ ਚੱਲਣ। ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਮੈਂ ਕਿਹਾ ਸੀ ਭੂਆ ਭਤੀਜਿਓ ਤੇ ਨਾਨੀ ਦੋਤਰਿਓ, ਕਹਿੰਦੇ ਕਿ ਜੇ ਤੁਹਾਡੇ ਘਰ ਬੱਚਾ ਹੋਇਆ ਜੀ, ਉਹ ਨਾਨੀ ਨਾ ਆਵੇ, ਸ਼ਾਇਦ ਉਸ ਬੱਚੇ ਨੂੰ ਨਹੀਂ ਪਤਾ ਕਿ ਮੇਰੀ ਨਾਨੀ ਨਹੀਂ ਆਈ, ਉਸ ਧੀ ਨੂੰ ਪਤਾ ਮੇਰੀ ਮਾਂ ਨਹੀਂ ਆਈ, ਮੇਰੀ ਮਾਂ ਨਹੀਂ ਆਈ। ਉਸਦੇ ਜੋ ਬੰਦੇ ਕਾਰਜ ਵਿਹਾਰ ਸੀ ਉਹ ਕਰੇ ਤੇ ਉਹ ਬੱਚੇ ਦੀਆਂ ਜਿਹੜੀਆਂ ਅੱਜ ਕੱਲ ਤਾਂ ਮੈਮਰੀਜ਼ ਬਹੁਤ ਨੇ, ਜਦੋਂ ਬੱਚਾ ਸ਼ਰੀਕਾ ਕਬੀਲਾ ਹੈ ਹੀ ਇਸ ਕੰਮ ਨੂੰ ਕਿ ਉਹ ਯਾਦ ਕਰਵਾ ਦਿੰਦਾ ਤੇ ਜਦੋਂ ਬੱਚੇ ਨੂੰ ਵੱਡਾ ਹੋ ਕੇ ਦੇਖਦਾ ਹੈ ਕਿ ਮੈਂ ਛੋਟਾ ਜਿਹਾ ਸੀ, ਮੇਰੀ ਨਾਨੀ ਨੇ ਮੈਨੂੰ ਚੁੱਕਿਆ ਹੋਇਆ ਹੈ ਜੀ, ਇਹ ਚੀਜ਼ ਲੈ ਕੇ ਆਏ ਆ ਆਹ ਕਰਕੇ। ਤੇ ਇਸੇ ਤਰ੍ਹਾਂ ਭੂਆ ਭਤੀਜਿਓ, ਜਦੋਂ ਭੂਆ ਭਤੀਜਾ ਹੁੰਦਾ ਕਹਿੰਦੇ ਆ ਵੀਰ ਘਰ ਪੁੱਤ ਜੰਮਿਆ, ਚੰਨ ਚੜਿਆ ਬਾਪ ਦੇ ਵੇੜੇ। ਤੁਸੀਂ ਦੇਖੋ ਇਹਦੇ ਚ ਵੀ ਤਿੰਨ ਰਿਸ਼ਤੇ ਇਕੱਠੇ ਨੇ। ਬਿਲਕੁਲ, ਤਿੰਨ ਦੇ ਵੀ ਚਾਰ ਰਿਸ਼ਤੇ ਇਕੱਠੇ ਨੇ ਜੀ। ਭਤੀਜਾ ਜੰਮਿਆ, ਭਰਾ ਘਰ ਪੁੱਤਰ ਹੋਇਆ, ਪਿਓ ਘਰ ਪੋਤਰਾ ਹੋਇਆ, ਤੇ ਭੈਣ ਨੂੰ ਗੋਡੇ ਗੋਡੇ ਚਾਹ ਚੜਿਆ। ਇਹ ਹੈ ਸਾਡੀ ਸੱਭਿਅਤਾ ਤੇ ਸੰਸਕ੍ਰਿਤੀ ਜੀ। ਇਹ ਹੈ ਸਾਡੀ ਜੜ ਰਿਸ਼ਤਿਆਂ ਦੀ। ਕਿ ਉਹ ਫਿਰ ਇਹ ਕਹਿੰਦੇ ਇੱਥੇ ਕਿ ਤੁਸੀਂ ਇਹ ਨਾ ਕਹੋ ਕਿ ਮੈਂ ਜਦੋਂ ਹੁੰਦੀ ਸੀ ਬਹੁਤ ਕੁਝ ਕਰਦੀ ਸੀ, ਭਤੀਜੇ ਨੂੰ ਉਹ ਪਤਾ ਲੱਗਣਾ ਜਦੋਂ ਤੁਸੀਂ ਹੁਣ ਕੀ ਕੀਤਾ। ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਕਿ ਮੁੰਡੇ ਦੀ ਮਾਂ ਨੂੰ ਇਹ ਹੁੰਦਾ ਵੀ ਮੇਰੀ ਭੈਣ ਆਈ ਆ ਕਿ ਨਹੀਂ ਆਈ, ਕੀ ਲੈ ਕੇ ਆਈ, ਉਹ ਨਹੀਂ ਮੁੱਦਾ ਹੈਗਾ। ਸੋ ਅਹਿਮੀਅਤ ਇਸ ਚੀਜ਼ ਦੀ ਹੈ ਕਿ ਭੂਆ ਆਈ ਹੈ ਕਿ ਨਹੀਂ ਆਈ, ਲੈ ਕੇ ਕੀ ਆਈ ਹੈ। ਉਹ ਬੱਚੇ ਨੂੰ ਜੇ ਤੁਸੀਂ ਸੋਨੇ ਦੀ ਚੇਨ ਵੀ ਫੜਾਤੀ ਕਿ ਇਹ ਭਾਬੀ ਸਾਂਭ ਲੈ, ਉਹਨੂੰ ਵੀ ਪਤਾ ਮਹਿੰਗੀ ਹੈ। ਬੱਚੇ ਨੂੰ ਇਹ ਪਤਾ ਕਿ ਜਿਹੜੇ ਤੁਸੀਂ ਹੱਥ 'ਚ ਉਹਦੇ 2 ਚਾਕਲੇਟ ਪਕੜਾਏ ਆ ਨਾ, ਬੱਚੇ ਨੇ ਇਸ ਚੀਜ਼ ਨੂੰ ਮਿਸ ਕਰਨਾ ਕਿ ਇਹ ਮੇਰੀ ਚਾਕਲੇਟ ਵਾਲੀ ਭੂਆ ਹੈ। ਇਸ ਕਰਕੇ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਥੋੜੇ ਥੋੜੇ ਛੋਟੇ ਛੋਟੇ ਉਪਹਾਰ ਜ਼ਰੂਰ ਦਿੰਦੇ ਰਹਿਣਾ ਚਾਹੀਦਾ। ਇਹ ਵੀ ਇੱਕ ਮਿਲਣ ਮਿਲਾਨ ਦਾ ਇੱਕ ਸਾਧਨ ਹੈ।
ਰਿਸ਼ਤਿਆਂ ਦੇ ਵਿੱਚ ਇਸ ਚੀਜ਼ ਦੀ ਅਹਿਮੀਅਤ ਹੈਗੀ ਆ ਤੇ ਇਹਦੇ ਨਾਲ ਜੁੜਵੀਂ ਇੱਕ ਗੱਲ ਆਉਂਦੀ ਹੈ ਕਿ ਬੱਚਿਆਂ ਨੂੰ ਰਿਸ਼ਤੇ ਅਸੀਂ ਦਿੰਦੇ ਹਾਂ। ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸੀਗੇ, ਬੱਚੇ ਕੋਲੇ ਇੱਕ ਘਰ ਦੇ ਵਿੱਚ ਜੇ ਘਰ ਦੇ ਵਿੱਚ ਨਹੀਂ ਵੀ ਸੀ ਹੁੰਦਾ ਤੇ ਸੰਯੁਕਤ ਪਰਿਵਾਰਾਂ ਦੇ ਵਿੱਚ ਸਿੱਖਿਆ ਹੀ ਇਹੋ ਜਿਹੀ ਮਿਲਦੀ ਹੁੰਦੀ ਸੀ ਕਿ ਆਸੇ-ਪਾਸੇ ਪੂਰੇ ਪਿੰਡ ਦੇ ਵਿੱਚ ਚਾਚਾ ਕੌਣ ਆ, ਤਾਇਆ ਕੌਣ ਆ, ਬਾਬਾ, ਚਾਚੀ, ਤਾਈ, ਭੂਆ ਸਭ ਦਾ ਪਤਾ ਹੁੰਦਾ ਸੀ। ਹੁਣ ਨਿਊਕਲੀਅਰ ਫੈਮਲੀਆਂ ਆ ਗਈਆਂ, ਅਕਹਿਰੇ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਨੂੰ ਕੁਝ ਢਾਲ ਲੱਗੀ ਆ। ਲੱਗਦਾ ਹੈ ਕਿ ਬੱਚਿਆਂ ਨੂੰ ਉਹ ਜੋ ਰਿਸ਼ਤਿਆਂ ਦੇ ਪਹਿਲਾਂ ਮਿਲਦਾ ਸੀ ਉਸ ਹੱਦ ਤੱਕ ਹੁਣ। ਮੈਂ ਇੱਥੇ ਇੱਕ ਗੱਲ ਕਵਾਂਗੀ ਕਿ ਜੇ ਆਪਾਂ ਜਿਹੜੇ ਵੱਧਦੇ ਕ੍ਰਾਈਮ ਨੇ ਨਾ, ਅਪਰਾਧ ਨੇ, ਇਹ ਕਿਤੇ ਨਾ ਕਿਤੇ ਸੰਯੁਕਤ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਜੀ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਜਦੋਂ ਇੱਕ ਬੱਚਾ ਕਿਤੇ ਗਲਤ ਕਰਦਾ ਸੀ, ਪਹਿਲੇ ਤਾਂ ਕਰਨ ਤੋਂ ਹੀ ਡਰਦਾ ਸੀ ਕਿ ਜੇ ਕਿਸੇ ਨੇ ਮੈਨੂੰ ਵੇਖ ਲਿਆ ਤੇ ਮੇਰੇ ਜਾਣ ਤੋਂ ਪਹਿਲਾਂ ਘਰ ਪਤਾ ਲੱਗ। ਪਰਿਵਾਰ ਹੀ ਇੰਨਾ ਵੱਡਾ ਹੁੰਦਾ ਸੀ ਕਿ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਗਲੀ 'ਚ ਮੈਨੂੰ ਮਿਲ ਜੂਗਾ। ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਅਸੀਂ ਬੱਸ 'ਚ ਚੜ੍ਹਦੇ ਸੀ, ਜੇ ਅਸੀਂ ਦੇਖਦੇ ਸੀ ਕਿ ਇਹਦੇ ਵਿੱਚ ਕੋਈ ਸਹੁਰਿਆਂ ਦੇ ਨੇੜੇ ਤੇੜੇ ਦਾ ਰਿਸ਼ਤਾ, ਅਸੀਂ ਸਿਰ ਢੱਕ ਲੈਂਦੇ ਸੀ। ਹਾਂ, ਹੁੰਦਾ ਸੀ ਨਾ, ਬਿਲਕੁਲ ਇਦਾਂ ਹੁੰਦਾ ਸੀ। ਹੁਣ ਕੀ, ਹੁਣ ਤਾਂ ਲੋਕਾਂ ਨੇ ਚੁੰਨੀ ਵੀ ਲੈਣੀ ਛੱਡ ਦਿੱਤੀ ਤੇ ਅਸੀਂ ਆਪਣੇ ਆਪ ਨੂੰ ਮਾਡਰਨ ਕਹਾਣ ਲੱਗ ਪਏ। ਇਹ ਮਾਡਰਨ ਰਹਿਣ ਦਾ ਤਰੀਕਾ ਨਹੀਂ ਹੈ। ਕਾਰਨ ਇਹ ਹੈ ਕਿ ਉਸ ਦੇ ਵਿੱਚ ਕੀ ਹੁੰਦਾ ਸੀ ਕਿ ਹਰੇਕ ਦੀ ਅੱਖ ਦੀ ਸ਼ਰਮ ਹੁੰਦੀ ਸੀ, ਔਰ ਦੂਸਰਾ ਜੇ ਬਾਪ ਸੀ ਉਹਨੇ ਆਪਣੇ ਛੋਟੇ ਭਰਾ ਨੂੰ ਜਾਂ ਆਪਣੇ ਬਾਪ ਨੂੰ ਇਹ ਹੱਕ ਦੇ ਛੱਡੇ ਸੀ ਕਿ ਜੇ ਮੇਰਾ ਬੱਚਾ ਗਲਤੀ ਕਰਦਾ ਤਾਂ ਤੁਸੀਂ ਕਿਸ ਤਰ੍ਹਾਂ ਵੀ ਇਹਦੇ ਨਾਲ ਡੀਲ ਕਰ ਸਕਦੇ। ਹੁਣ ਤਾਂ ਇੱਕ ਆਵਾਜ਼ ਵੀ ਆਵੇ ਤੇ ਮਾਪੇ ਪੁੱਛਣ ਲੱਗ ਜਾਂਦੇ ਕੀ ਹੋਇਆ ਕੀ ਹੋਇਆ, ਤੇ ਉਹ ਬੱਚੇ ਨੂੰ ਇੱਕ ਸ਼ੈ ਮਿਲ ਜਾਂਦੀ ਹੈ। ਬਿਲਕੁਲ, ਸ਼ੈ ਮਿਲਣ ਕਰਕੇ ਬੱਚਾ ਜਿਹੜਾ ਹੈ ਉਹ ਹੋਰ ਜ਼ਿਆਦਾ ਉੱਚੀ ਬੋਲਦਾ ਹੈ ਕਿ ਇਹ ਮੈਨੂੰ ਪ੍ਰੋਟੈਕਟ ਕਰਨਗੇ। ਉਹਦਾ ਕਾਰਨ ਹੈ ਕਿ ਇਹ ਜਿਹੜੇ ਬੱਚੇ ਨੇ ਇਹ ਗਲਤ ਆਦਤਾਂ ਵੱਲੇ ਪੈ ਰਹੇ। ਵੱਡੇ ਘਰ ਦੇ ਵਿੱਚ ਕੀ ਹੁੰਦਾ ਸੀ ਕਿ ਕੰਮ ਵੰਡੇ ਜਾਂਦੇ ਸੀ, ਖਰਚੇ ਵੀ ਘੱਟ ਹੁੰਦੇ ਸੀ। ਜੇ ਹੁਣ ਆਪਾਂ 4 ਜਗ੍ਹਾ ਤੇ ਵਿਆਹ ਜਾਣਾ ਤੇ ਇੱਕ ਹੀ ਬੰਦਾ ਹੋ ਆਂਦਾ ਸੀ, ਉਹਦੇ ਨਾਲ ਖਰਚ ਘੱਟ ਜਾਂਦਾ ਸੀ। ਹੁਣ ਅਸੀਂ 4 ਫੈਮਲੀਜ਼ ਹੋ ਗਈਆਂ, ਚਾਰੇ ਗਏ, ਚਾਰੇ ਗੱਡੀ, ਖਰਚਾ ਵੱਧ, ਤੇ ਅਸੀਂ ਅੰਦਰੋਂ ਖੋਖਲੇ ਹੋ ਰਹੇ। ਔਰ ਘਰ ਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਸੰਯੁਕਤ ਪਰਿਵਾਰ ਦੇ ਵਿੱਚ ਕਿ ਜੇ ਬੱਚਾ ਹੈ ਉਹਨੂੰ ਇਹ ਹੁੰਦਾ ਸੀਗਾ ਵੀ ਮੇਰੀ ਮੰਮੀ ਹੀ ਇਕੱਲੀ ਨਹੀਂ ਮੈਨੂੰ ਡਾਂਟੂਗੀ, ਮੇਰੀ ਤਾਈ, ਚਾਚੀ, ਦਾਦਾ, ਦਾਦੀ ਕੋਈ ਵੀ ਮੈਨੂੰ ਆ ਕੇ ਕੁਝ ਵੀ ਕਹਿ ਸਕਦਾ ਤੇ ਇੱਕ ਡਿਸਪਲਿਨ ਜਿਹੜਾ ਹੁੰਦਾ ਸੀ ਪਰਿਵਾਰ ਦੇ ਵਿੱਚ। ਮੈਂ ਕਹਿੰਦੀ ਬੱਚੇ ਨਾਲੋਂ ਮਾਂ-ਬਾਪ ਵੀ ਡਰਨ ਲੱਗ ਜਾਂਦੇ ਨੇ ਕਿ ਸਾਡੀ ਸ਼ਿਕਾਇਤ ਲਗਾ ਦੇਗਾ। ਮੈਂ ਤੇ ਆਪਣੀ ਇੱਕ ਉਦਾਹਰਨ ਦਾਂਗੀ ਕਿ ਮੇਰਾ ਪੋਤਾ ਹੈ ਜੀ, ਤੇ ਜਦੋਂ ਉਹਦੀ ਮਾਂ ਕੋਈ ਡਾਂਟਦੀ ਹੈ ਜਾਂ ਉਹਦਾ ਬਾਪ ਦਿੰਦਾ ਤੇ ਉਹ ਮੈਨੂੰ ਉੱਪਰੋਂ ਆਵਾਜ਼ ਦਿੰਦਾ, ਬੜੀ ਮੰਮਾ ਆਪਕਾ ਬੇਟਾ ਮੁਝੇ ਇਹ ਕਹਿ ਰਹਾ ਹੈ। ਤਾਂ ਉਹ ਉਸ ਦਿਨ ਕਹਿਣ ਲੱਗੇ ਕਿ ਮੰਮਾ ਅਸੀਂ ਤਾਂ ਡਰਦੇ ਵੀ ਨਹੀਂ, ਕਹਿੰਦੇ ਉਹਨੇ ਫੋਨ ਕਰ ਦਿੰਦਾ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਡਰ ਹੁੰਦਾ ਜੀ। ਕਬੀਰ ਜੀ ਕਹਿੰਦੇ ਕਿ ਜੇ ਡਰ ਨਾ ਹੋਵੇ ਤੇ ਰਿਸ਼ਤੇ ਨਾ ਚੱਲਣ। ਇਸ ਕਰਕੇ ਇਹਦੇ ਚ ਥੋੜਾ ਜਿਹਾ ਡਰ, ਅੱਖਾਂ ਦੀ ਸ਼ਰਮ, ਤਾਂ ਉਹ ਕਿਹਦੇ ਵਾਸਤੇ ਫਾਇਦੇਮੰਦ ਹੈ? ਉਸ ਬੱਚੇ ਵਾਸਤੇ ਜੀ। ਉਸ ਮੇਰੇ ਭਾਈ ਸਾਹਿਬ ਸੀ ਵੱਡੇ, ਉਹ ਕਦੀ IPS ਆਫੀਸਰ ਸੀ, ਉਹ ਕਦੀ ਆਪਣੇ ਫਾਦਰ ਦੇ ਨਾਲ ਬਰਾਬਰ ਤੇ ਨਹੀਂ ਬੈਠਦੇ ਸੀ, ਉਹ ਹਮੇਸ਼ਾ ਥੱਲੇ ਹੋ ਕੇ ਬੈਠਦੇ ਸੀ। ਇਹ ਸੀ ਸੰਸਕਾਰ ਜੀ। ਇਸ ਕਰਕੇ ਇਹ ਸੰਸਕਾਰ ਹੀ ਜਦੋਂ ਉਹਨਾਂ ਨੂੰ ਅੱਗੇ ਲਿਜਾਂਦੇ ਨੇ, ਕਹਿੰਦੇ ਨੇ ਕਿ ਉਹ ਜ਼ਿਆਦਾ ਲੰਬੀ ਉਮਰ ਭੋਗਦੇ ਨੇ ਜਿਹੜੇ ਰਿਸ਼ਤਿਆਂ ਨੂੰ ਅੱਛੀ ਤਰ੍ਹਾਂ ਨਿਭਾਉਂਦੇ ਨੇ, ਕਿਉਂਕਿ ਉਹ ਜਦੋਂ ਸਹਿਨਸ਼ੀਲਤਾ ਰੱਖਦੇ ਨੇ, ਜਦੋਂ ਡਿਸਿਪਲਿਨ 'ਚ ਰਹਿੰਦੇ ਨੇ, ਅਨੁਸ਼ਾਸਨ 'ਚ ਰਹਿੰਦੇ ਨੇ, ਤੇ ਦੂਸਰੇ ਵੀ ਉਹਨਾਂ ਨੂੰ ਦੇਖਦੇ ਨੇ। ਜਦੋਂ ਦੂਸਰੇ ਦੇਖਦੇ ਨੇ ਤਾਂ ਉਹਨਾਂ ਨੂੰ ਫੋਲੋ ਕਰਦੇ ਨੇ। ਕਿਤੇ ਨਾ ਕਿਤੇ ਜਦੋਂ ਆਪਾਂ ਪੈਰ ਛੂਹਨੇ ਆ ਤੇ ਆਪਾਂ ਨੂੰ ਜ਼ਰੂਰ ਦੁਆ ਮਿਲਦੀ ਹੈ, ਖੁਸ਼ ਰਹੋ, ਸੁਖੀ ਰਹੋ। ਸਾਨੂੰ ਇਹ ਵੀ ਪਤਾ ਹੁੰਦਾ ਕਿ ਹੁਣ ਜੇ ਮੈਂ ਕਿਸੇ ਆਪਣੇ ਤਜਰਬੇ ਦੀ ਕਮੀ ਕਰਕੇ ਵੱਡੀ ਮੁਸੀਬਤ 'ਚ ਆ ਜਾਣਾ ਤੇ ਉਹਦੇ ਨਾਲ ਮੇਰੇ ਵੱਡੇ ਮੈਨੂੰ ਗਾਈਡ ਕਰਨ ਦੇ ਲਈ ਵੀ ਖੜੇ ਹੋਏ ਆ। ਹੁਣ ਕੀ ਹੈ, ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਨਸ਼ਿਆਂ ਕਰਕੇ ਚੌਥੇ ਦਿਨ ਅਸੀਂ ਫੜਦੇ ਆ ਕਿ ਬੜੇ ਵੱਡੇ ਲੋਕਾਂ ਦੇ ਵੀ ਰਿਸ਼ਤੇਦਾਰ ਫੜੇ ਜਾ ਰਹੇ ਨੇ ਜੀ। ਕਾਰਨ ਉਹਨਾਂ ਦੇ ਕੋਲ ਕੋਈ ਵੱਡਾ ਉਹਨਾਂ ਨੂੰ ਡਰਦੇ ਨੇ। ਔਰ ਮੈਂ ਕਹਾਂਗੀ ਕਿ ਜਿੱਥੇ ਕਾਮਕਾਜੀ ਮੀਆਂ ਬੀਬੀ ਦੋਨੋਂ ਨੇ, ਉੱਥੇ ਵੱਡਿਆਂ ਦਾ ਹੋਣਾ ਬਹੁਤ ਜ਼ਰੂਰੀ ਬੱਚਿਆਂ ਦੇ ਲਈ ਖਾਸ ਤੌਰ ਤੇ। ਔਰ ਇਹ 2 ਪੀੜ੍ਹੀਆਂ ਦਾ ਇੱਕ ਹੋਰ ਮਿਲਨ ਬਹੁਤ ਵਧੀਆ ਕਿ ਛੋਟੇ ਬੱਚਿਆਂ ਨੂੰ ਵੱਡਿਆਂ ਦਾ ਆਸਰਾ ਚਾਹੀਦਾ ਤੇ ਵੱਡੇ ਵੀ ਚਾਹੁੰਦੇ ਨੇ, ਦਾਦਾ ਦਾਦੀ, ਨਾਨਾ ਨਾਨੀ, ਬਜ਼ੁਰਗ ਚਾਹੁੰਦੇ ਨੇ ਕਿ ਅਸੀਂ ਵੀ ਨਾ ਬੱਚਿਆਂ ਨਾਲ ਖੇਡੀਏ। ਇਹਦੇ ਲਈ ਇੱਕ ਬੜੀ ਖੂਬਸੂਰਤ ਜੀ ਕਹਾਵਤ ਹੈਗੀ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ। ਉਹ ਰਿਸ਼ਤਿਆਂ ਦੀ ਇੱਕ ਖੂਬਸੂਰਤੀ ਆ ਕਿ ਸਾਨੂੰ ਆਪਣੇ ਬੱਚੇ ਨਾਲੋਂ ਇੰਪੋਰਟੈਂਟ ਬਾਅਦ 'ਚ ਉਹਦੇ ਬੱਚੇ ਹੋ ਜਾਂਦੇ। ਉਸ ਦਾ ਕਾਰਨ ਕੀ ਹੈ? ਜਦੋਂ ਉਹ ਆਪ ਬੱਚੇ ਪਾਲਦੇ ਆ ਤੇ ਉਹਨਾਂ ਕੋਲ ਬਹੁਤ ਸਾਰੇ ਕੰਮ ਹੁੰਦੇ ਨੇ, ਉਹ ਉਹਨਾਂ ਦੇ ਬਚਪਨ ਨੂੰ ਚੰਗੀ ਤਰ੍ਹਾਂ ਇੰਜੋਏ ਨਹੀਂ ਕਰ ਸਕਦੇ। ਪਰ ਹੁਣ ਜਦੋਂ ਦੁਬਾਰਾ ਪੋਤੇ ਪੋਤੀਆਂ ਹੁੰਦੇ ਨੇ, ਉਹਨਾਂ ਦੇ ਆਪਣੀਆਂ ਜ਼ਿੰਮੇਵਾਰੀਆਂ ਘਟ ਜਾਂਦੀਆਂ ਨੇ ਤੇ ਉਹ ਜਦੋਂ ਉਹਨਾਂ ਨਾਲ ਮਿਲਦੇ ਤੇ ਉਹਨਾਂ ਨੂੰ ਫਿਰ ਆਪਣੇ ਬੱਚਿਆਂ ਦਾ ਬਚਪਨ ਉਹਨਾਂ 'ਚ ਨਜ਼ਰ ਆਉਂਦਾ। ਤੁਹਾਡੇ ਇਸੇ ਸਵਾਲ ਦੇ ਨਾਲ ਜੁੜਵਾ ਇੱਕ ਹੋਰ ਸਵਾਲ ਜ਼ਹਿਨ ਦੇ ਵਿੱਚ ਆ ਰਿਹਾ ਹੈ ਕਿ ਸੰਯੁਕਤ ਪਰਿਵਾਰ ਔਰ ਅਕਹਿਰੇ ਪਰਿਵਾਰ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਜਿਹੜੀ ਹੈ ਲਗਾਤਾਰ ਉਹ ਚੱਲੀ ਆ ਰਹੀ ਹੈ ਕਿ ਜਦੋਂ ਕੁੜੀ ਦਾ ਇੱਕ ਵਿਆਹ ਹੁੰਦਾ ਹੈ, ਉਹ ਆਪਣੀ ਫਰਜ਼ ਅਦਾ ਕਰਦੀ ਹੈ ਪਿਛਲੇ ਪਰਿਵਾਰ ਨਾਲੋਂ, ਕਹਿ ਲਓ ਇੱਕ ਵਾਰੀ ਤਾਂ ਵਿਛੜ ਕੇ ਟੁੱਟ ਕੇ ਉਹ ਅੱਗੇ ਜਾਂਦੀ ਹੈ।
ਇਹ ਵੀ ਇੱਕ ਕਲਚਰ ਬਣਿਆ ਹੋਇਆ ਕਿ ਉਹ ਆਪਣੇ ਸਾਰੇ ਫਰਜ਼ ਨਿਭਾ ਰਹੀ ਆ, ਉਹ ਜਾ ਕੇ ਨਵੇਂ ਸਿਰੋਂ ਰਿਸ਼ਤੇ ਜੋੜਦੀ ਹੈ, ਜਦ ਕਿ ਵਿਆਹ ਹੋਣ ਤੋਂ ਬਾਅਦ ਕੁੜੀ ਔਰ ਮੁੰਡੇ ਦੋਨਾਂ ਦੇ ਲਈ ਨਵੇਂ ਰਿਸ਼ਤੇ ਜੁੜ ਜਾਂਦੇ, ਉਹਦੇ ਲਈ ਵੀ ਉਹਦੀ ਫੈਮਿਲੀ ਤੇ ਉਹਦੇ ਲਈ ਵੀ ਉਹਦਾ ਪਰਿਵਾਰ। ਪਰ ਉਸ ਤੋਂ ਬਾਅਦ ਇਹ ਕਿਉਂ ਹੁੰਦਾ ਹੈ ਕਿ ਕੁੜੀ ਹੀ ਰਿਸ਼ਤੇ ਨਿਭਾ ਰਹੀ ਆ, ਕੁੜੀ ਦੀਆਂ ਹੀ ਕਿਉਂ ਜ਼ਿੰਮੇਵਾਰੀਆਂ ਵਧੀਆਂ ਹੋਈਆਂ ਦਿਖਾਈਆਂ ਜਾਂਦੀਆਂ, ਜਦ ਕਿ ਮੁੰਡੇ ਦੀਆਂ ਵੀ ਉਹਨੀਆਂ ਜ਼ਿੰਮੇਵਾਰੀਆਂ ਵੱਡਾ ਕਾਰਨ ਹੈ ਬਚਪਨ ਤੋਂ ਹੀ ਨਾ ਇੱਕ ਬੱਚੀ ਨੂੰ ਸਮਝਾਇਆ ਜਾਂਦਾ ਕਿ ਤੂੰ ਸਹੁਰੇ ਘਰ ਜਾਣਾ, ਤੂੰ ਅੱਗੇ ਘਰ ਜਾਣਾ, ਤੇਰੀ ਸੱਸ ਤੈਨੂੰ ਆ ਕਹੇਗੀ। ਉਹ ਵਿਚਾਰੀ ਨੂੰ ਬਚਪਨ 'ਚ ਇਹ ਪਤਾ ਨਹੀਂ, ਸਮਝ ਤਾਂ ਹੁੰਦੀ ਨਹੀਂ, ਪਰ ਉਹ ਸੋਚਦੀ ਰਹਿੰਦੀ ਕਿ ਸਹੁਰਾ ਪਰਿਵਾਰ ਕੀ ਹੁੰਦਾ ਹੈ। ਉਹਨੂੰ ਪਰਾਇਆ ਤਨ ਕਿਹਾ ਜਾਂਦਾ ਹੈ। ਜਦੋਂ ਉੱਥੇ ਜਾਂਦੀ ਤਾਂ ਉਹ ਕਹਿੰਦੇ ਪਰਾਈ ਧੀ ਹੈ। ਇਹ ਨਹੀਂ ਸਮਝ ਆਉਂਦੀ ਕਿ ਬੱਚੀ ਦਾ ਆਪਣਾ ਘਰ ਕਿਹੜਾ ਹੈ, ਜਦੋਂ ਕਿ ਬੱਚੀ ਤੋਂ ਬਿਨਾਂ ਜਾਂ ਲੜਕੀ ਤੋਂ ਬਿਨਾਂ ਜਾਂ ਔਰਤ ਤੋਂ ਬਿਨਾਂ ਕੋਈ ਘਰ ਹੁੰਦਾ ਹੀ ਨਹੀਂ। ਘਰ ਬਣਾਉਂਦੀ ਉਹ ਹੈ। ਤੇ ਉਦੋਂ ਜਦੋਂ ਇਹ ਚੀਜ਼ਾਂ ਉਹਦੇ ਦਿਮਾਗ 'ਚ ਹੁੰਦੀਆਂ, ਉਹ ਸਾਰੀਆਂ ਨਾਲ ਲੈ ਕੇ ਜਾਂਦੀ। ਉਹ ਇਹ ਸੋਚਦੀ ਏ ਕਿ ਮੈਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਜੋ ਮੇਰੀ ਮਾਂ ਨੇ ਸਿੱਖਿਆ ਦਿੱਤੀ ਸੀ, ਸੱਸ ਕੁਛ ਕਹੇਗੀ ਤੂੰ ਬੋਲਣਾ ਨਹੀਂ। ਕਈ ਜਗ੍ਹਾ ਤੇ ਸ਼ਾਇਦ ਤੁਸੀਂ ਸੁਣਿਆ ਹੋਏਗਾ, ਇਸ ਘਰੋਂ ਤੇਰੀ ਡੋਲੀ ਜਾ ਰਹੀ ਹੈ, ਸਹੁਰੇ ਘਰੋਂ ਤੇਰੀ ਅਰਥੀ ਜਾਣੀ ਚਾਹੀਦੀ। ਹਾਂ, ਅਰਥੀ ਉੱਥੋਂ ਹੀ ਜਾਣੀ ਚਾਹੀਦੀ ਹੈ। ਜੇ ਹੁਣ ਮੁਸੀਬਤ ਵੀ ਹੋਏ ਤਾਂ ਤੂੰ ਇੱਥੇ ਨਹੀਂ ਆਣਾ। ਪਰ ਹੁਣ ਸਮਾਜ ਬਦਲ ਗਿਆ, ਹੁਣ ਉਹ ਗੱਲ ਨਹੀਂ ਰਹੀ। ਬੱਚੀਆਂ ਪੜ੍ਹ ਰਹੀਆਂ, ਜਾਗਰੂਕ ਹੋ ਰਹੀਆਂ ਨੇ। ਉਹ ਹੁਣ ਅਪਰਾਧ, ਮੈਂ ਕਹਿੰਦੀ ਇਹਨਾਂ ਦੁੱਖ ਸਹਿਣਾ ਵੀ ਨਹੀਂ ਚਾਹੀਦਾ, ਠੀਕ ਹੈ। ਪਰ ਕਿਤੇ ਨਾ ਕਿਤੇ ਉਹਦੇ ਮਨ 'ਚ ਇਹ ਹੁੰਦੀ ਹੈ ਕਿ ਮੈਂ ਜੇ ਥੋੜਾ ਜਿਹਾ ਸਹਿ ਲਾਂਗੀ ਤੇ ਮੇਰਾ ਪਰਿਵਾਰ ਬਚ ਜਾਏਗਾ, ਮੇਰੇ ਮਾਂ-ਬਾਪ ਨੇ ਜਿਹੜੀ ਸਿੱਖਿਆ ਦਿੱਤੀ ਹੈ, ਮੇਰੇ ਮਾਂ-ਬਾਪ ਦਾ ਸਮਾਜ ਦੇ ਵਿੱਚ ਸਿਰ ਉੱਚਾ ਰਹੇਗਾ। ਇਹ ਚੀਜ਼ਾਂ ਲੈ ਕੇ ਉਹ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਇਹਨਾਂ ਰਿਸ਼ਤਿਆਂ ਨੂੰ ਨਿਭਾਇਆ ਜਾਵੇ। ਜਦ ਕਿ ਜੇ ਦੇਖਿਆ ਜਾਵੇ ਤੇ ਦੋਨਾਂ ਪਾਸੇ ਹੀ ਉੱਡੀ ਜ਼ਿੰਮੇਵਾਰੀ ਹੁੰਦੀ ਆ। ਪਰਿਵਾਰ ਦੋ ਜੁੜਦੇ ਆ, ਇੱਕ ਕੁੜੀ ਨੂੰ ਨਵਾਂ ਪਰਿਵਾਰ ਮਿਲਦਾ ਤੇ ਮੁੰਡੇ ਨੂੰ ਵੀ ਮਿਲਦਾ, ਤੇ ਮੁੰਡੇ ਦੇ ਵੀ ਉਹੀ ਜਿਹੜੇ ਫਰਜ਼ ਹੋਣੇ ਚਾਹੀਦੇ ਆ। ਸੋ ਉਸ ਤੋਂ ਬਾਅਦ ਜਿਹੜੀ ਆ ਗੱਲਬਾਤ ਕਰਾਂਗੇ ਅਸੀਂ ਕਿ ਵੈਸਟਰਨ ਜਿਹੜਾ ਕਲਚਰ ਹੈਗਾ ਉਹਦਾ ਅਸਰ ਵੀ ਜਿਹੜਾ ਸਾਡੇ ਰਿਸ਼ਤਿਆਂ ਦੇ ਉੱਤੇ ਪਿਆ ਹੈਗਾ। ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਗੀਤ ਸੁਣਦੇ ਆ, ਮਿਲਦੇ ਆ ਗੀਤ ਦੇ ਉਸ ਪਾਰ। ਸੋ ਖੂਬਸੂਰਤ ਜਿਹਾ ਗਾਣਾ ਸੁਣਿਆ, ਬਹੁਤ ਹੀ ਪਿਆਰਾ ਗੀਤ ਸੀ, ਦਿਲ ਨੂੰ ਇੱਕ ਵਾਰੀ ਹਿਲਾ ਦੇਣ ਵਾਲਾ ਜੀ। ਕਿਉਂਕਿ ਅਸੀਂ ਇਸ ਗਾਣੇ ਦੇ ਆਧਾਰ ਤੇ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਉਹਦੇ ਕਹਿਣ ਦਾ ਮਤਲਬ ਹੈ ਵੀ ਮੈਂ ਤੇਰੇ ਘਰ ਗੁੱਡੀਆਂ ਖੇਡੀ ਸੀ, ਮੇਰੀਆਂ ਯਾਦਾਂ ਅਜੇ ਵੀ ਤੇਰੇ ਘਰ ਨੇ। ਪਰ ਅਫਸੋਸ ਕੀ ਹੈ, ਅੱਜ ਦੇ ਆਧੁਨਿਕਰਨ ਯੁੱਗ ਦੇ ਵਿੱਚ ਜੀ ਜਦੋਂ ਵਿਆਹ ਕੇ ਘਰ ਆਉਂਦੀ ਹੈ ਤਾਂ ਬਹੁਤ ਕੁਝ ਬਦਲ ਚੁੱਕਾ ਜੀ। ਸ਼ਾਇਦ ਉਹ ਆਪਣਾ ਬੈਗ ਵੀ ਰੱਖਦੀ ਹੈ ਤੇ ਪੁੱਛ ਕੇ ਰੱਖਦੀ ਮੈਂ ਹੁਣ ਕਿੱਥੇ ਰੱਖਾਂ। ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਉਸ ਨੂੰ ਉਹਦੇ ਅਧਿਕਾਰ, ਮੈਂ ਇਹ ਨਹੀਂ ਕਹਾਂਗੀ ਕਿ ਉਹ ਭਰਾਵਾਂ ਦੇ ਨਾਲ ਮੁਕਾਬਲਾ ਕਰੇ, ਜਾਂ ਕਿਉਂਕਿ ਜਦੋਂ ਮੁਕਾਬਲੇ 'ਚ ਆ ਜਾਂਦੇ ਤਾਂ ਰਿਸ਼ਤੇ ਨਹੀਂ ਰਹਿੰਦੇ।
ਉਹ ਰਿਸ਼ਤੇ ਨਹੀਂ ਰਹਿੰਦੇ। ਇਹ ਰਿਸ਼ਤਿਆਂ ਨੂੰ ਮਿਠਾਸ ਰੱਖਣ ਵਾਸਤੇ ਘਰ ਦੇ ਮਾਇਕੇ ਪਰਿਵਾਰ ਨੂੰ, ਜੇ ਮਾਂ ਨਹੀਂ ਹੈ ਤਾਂ ਮੈਂ ਇੱਥੇ ਕਹਾਂਗੀ ਭਰਜਾਈ 'ਚ ਲੜਕੀ ਵੀ ਮਾਂ ਦੇਖੇ, ਔਰ ਜਿਹੜੀ ਭਰਜਾਈ ਹੈ ਉਹ ਵੀ ਉਹਦੇ 'ਚ ਆਪਣੀ ਭੈਣ ਜਾਂ ਧੀ ਦੇਖੇ, ਤੇ ਰਿਸ਼ਤੇ ਬੜੇ ਨਿੱਘੇ ਹੋ ਸਕਦੇ ਨੇ। ਇੱਕ ਮੈਂ ਇੱਥੇ ਗੱਲ ਕਰਦੀ ਹੁੰਦੀ ਹਮੇਸ਼ਾ ਭੈਣ ਦੇ ਰਿਸ਼ਤੇ ਦੀ। ਜੀ, ਜੇ ਕਿਤੇ ਭੈਣਾਂ ਹੋਣ, ਅਸੀਂ ਵੀ ਭੈਣਾਂ, ਤੇ ਬੜੀ ਵਾਰ ਮੇਰੀ ਬੇਟੀ ਦੀ ਭੈਣ ਨਹੀਂ ਹੈ, ਤੇ ਉਹ ਕਹਿੰਦੀ ਸੀ ਕਿ ਮੈਂ ਸਭ ਤੋਂ ਪਹਿਲਾਂ ਨਾ ਆਪਣੀ 2 ਬੇਟੀਆਂ ਕਰਨੀਆਂ, ਕਿਉਂਕਿ ਜਦੋਂ ਤੁਸੀਂ ਸਾਰੇ ਹੱਸਦੇ ਖੇਡਦੇ ਹੋ ਤੇ ਮੈਨੂੰ ਮਹਿਸੂਸ ਹੁੰਦਾ ਭੈਣ ਵੀ ਜ਼ਿੰਦਗੀ 'ਚ ਹੋਣਾ ਬਹੁਤ ਮਜ਼ਬੂਤ ਹੈ। ਸਾਨੂੰ ਉਸ ਚੀਜ਼ ਦਾ ਖਲਾ ਜ਼ਿਆਦਾ ਮਹਿਸੂਸ ਹੁੰਦਾ ਜਿਹੜੀ ਚੀਜ਼ ਸਾਡੇ ਕੋਲੇ ਨਹੀਂ ਆ, ਨਹੀਂ ਪਰ ਹੁੰਦੀ, ਸਾਹਮਣੇ ਵਾਲੇ ਕੋਲੇ ਹੈ। ਕਾਰਨ ਪਤਾ ਕੀ ਹੈ, ਤੁਸੀਂ ਸਾਡਾ ਜਿਹੜਾ ਸੰਸਕ੍ਰਿਤੀ ਦਾ ਇੱਕ ਹਿੱਸਾ ਵੀ ਹੈ। ਰਿਸ਼ਤੇ ਕਿਤੇ ਨਾ ਜਦੋਂ ਵਿਆਹ ਤੋਂ ਬਾਅਦ ਦੋਵੇਂ ਪਾਸੇ ਬਦਲਨੇ ਸ਼ੁਰੂ ਹੋ ਜਾਂਦੇ ਨੇ, ਤੇ ਲੜਕੀਆਂ 'ਚ ਵੀ ਲੱਗਣ ਲੱਗ ਜਾਂਦਾ ਹੁਣ ਮੇਰੀ ਆਂਦਿਆਂ ਲੜਕੀ ਪੁੱਛੇ ਮੇਰੀ ਮਾਂ ਕਿੱਥੇ, ਕਦੀ ਕਿਸੇ ਨੇ ਨਹੀਂ ਪੁੱਛਿਆ ਮੇਰੀ ਭਰਜਾਈ ਕਿੱਥੇ ਆ। ਜੇ ਉਹ ਇਹ ਪੁੱਛਣ ਲੱਗ ਜਾਏ ਕਿ ਮੇਰੀ ਭਰਜਾਈ ਕਿੱਥੇ ਆ, ਤੇ ਭਰਜਾਈ ਨੂੰ ਇਹ ਪਤਾ ਲੱਗ ਜਾਏ ਕਿ ਮੇਰੀ ਖਿੱਚ ਵੀ ਹੈ ਇਸ ਪਰਿਵਾਰ 'ਚ। ਇਹ ਰਿਸ਼ਤਾ ਨਿੱਘ ਕਰਨਾ ਵੀ ਸਾਡੇ ਹੱਥ ਵਿੱਚ। ਜੇ ਮਾਂ ਜਿਹੜੀ ਹੈ, ਜੇ ਧੀ ਨੇ ਗਲਤੀ ਕੀਤੀ ਹੈ ਤੇ ਕਦੀ ਸਾਰਿਆਂ ਸਾਹਮਣੇ 2 ਸ਼ਬਦ ਕਹਿ ਦੇ ਕਿ ਬੇਟਾ ਇੱਥੇ ਤੂੰ ਵੀ ਗਲਤ ਹੈ, ਤੇਰੀ ਭਰਜਾਈ ਠੀਕ ਹੈ, ਤੇ ਭਰਜਾਈ ਵੀ ਜ਼ਰੂਰ ਸੱਸ ਦੇ ਵਿੱਚ ਮਾਂ ਦੇਖੇ। ਬਿਲਕੁਲ, ਇਹ ਖੂਬਸੂਰਤ ਜਿਹੇ ਗੀਤ ਦੇ ਵਿੱਚ ਅਸੀਂ ਇੰਨਾ ਗਵਾਚੇ। ਮੈਂ ਫਿਰ ਤੋਂ ਇੱਕ ਵਾਰੀ ਦੱਸ ਦਿਆਂ ਕਿ ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ ਉਹ ਹੈਗਾ ਰਿਸ਼ਤਿਆਂ ਦਾ ਮਹੱਤਵ ਕੀ ਹੈ, ਤੇ ਪ੍ਰਵੀਨ ਅਬਰੋਲ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ। ਇਸੇ ਗੱਲ ਨੂੰ ਅੱਗੇ ਜੇ ਤੋਰਦੇ ਹੋਏ ਅਸੀਂ ਗੱਲ ਕਰੀਏ ਕਿ ਸੋਸ਼ਲ ਮੀਡੀਆ ਬਹੁਤ ਇੱਕਦਮ ਤਰੱਕੀ ਹੋਈ ਆ, ਵਿਸ਼ਵੀਕਰਨ ਹੋ ਗਿਆ, ਤੇ ਹੁਣ ਕਹਿ ਲਓ ਕਿ ਸਾਡੇ ਘਰ ਦਾ ਇੱਕ ਬੈਡਰੂਮ ਵੀ ਖੁੱਲ੍ਹ ਕੇ ਜਿਹੜਾ ਪੂਰੀ ਦੁਨੀਆ ਦੇ ਸਾਹਮਣੇ ਪਿਆ ਹੋਇਆ ਹੈ। ਬਿਲਕੁਲ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਰਿਸ਼ਤਿਆਂ ਦੀ ਹੀ ਗੱਲ ਕਰੀਏ, ਰਿਸ਼ਤਿਆਂ ਦੇ ਉੱਤੇ ਸੋਸ਼ਲ ਮੀਡੀਆ ਦਾ ਕੀ ਇਫੈਕਟ ਮੰਨਦੇ ਹੋ, ਪੋਜ਼ਿਟਿਵ ਆ ਜਾਂ ਨੈਗੇਟਿਵ ਆ? ਦੇਖੋ, ਹਰ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਜਿਹੜੇ ਦੋਨੋਂ ਹੁੰਦੇ, ਇਹ ਡਿਪੈਂਡ ਕਰਦਾ ਹੈ ਕਿ ਜਿਸਨੇ ਯੂਜ਼ ਕਰਨਾ ਉਹ ਕਿਸ ਤਰ੍ਹਾਂ ਕਰਦਾ। ਸੋਸ਼ਲ ਮੀਡੀਆ ਜਾਂ ਨੈਟ ਹੈ, ਹੁਣ ਆਪਾਂ ਜੇ ਕਰੋਨਾ ਕਾਲ ਦੀ ਗੱਲ ਕਰੀਏ ਜੀ, ਮੈਂ ਮੈਂ ਕਹਿੰਨੀ ਕਿ ਜਿੰਨਾ ਨੈਟ ਨੇ ਸਾਡਾ ਸਾਥ ਦਿੱਤਾ, ਅਸੀਂ ਘਰੋਂ ਬੈਠੇ ਮਰੀਜ਼ ਦਾ ਇੱਕ ਪੁਆਇੰਟ ਪੁੱਛਦੇ ਰਹੇ। ਕਿਸ ਕਰਕੇ? ਅਸੀਂ ਉੱਥੇ ਜਾ ਨਹੀਂ ਸਕਦੇ ਸੀ, ਉਸਨੂੰ ਮਿਲ ਨਹੀਂ ਸਕਦੇ ਸੀ, ਕੱਲਿਆਂ ਨੂੰ ਕੱਲੇ ਨਹੀਂ ਹੋਣ ਦਿੱਤਾ, ਤੇ ਕੱਲੇ ਨੂੰ ਉਸਨੂੰ ਵੀ ਉਸ ਵੇਲੇ ਇਸ ਮੋਬਾਈਲ ਨੇ ਬਚਾਇਆ। ਇਹ ਬੁਰੀ ਗੱਲ ਨਹੀਂ ਹੈ, ਸਿਰਫ ਅਸੀਂ ਇਸ ਦੇ ਵਿੱਚੋਂ ਲੱਭਣਾ ਕੀ ਹੈ। ਜੀ, ਅੱਗੇ ਅਸੀਂ ਚਿੱਠੀ ਪਾਉਂਦੇ ਸੀ, ਮੈਂ ਤਾਂ ਕਹਿੰਦੀ ਕਈ ਘਰਾਂ 'ਚ ਪੈਨੀ ਕੁੜੀਆਂ ਵਿਚਾਰੀਆਂ ਲੱਭਦੀਆਂ ਕਿੰਨੇ ਦਿਨ ਲਾ ਦਿੰਦੀਆਂ ਸੀ, ਫਿਰ ਕਿਤੋਂ ਮੰਗਾਉਂਦੀਆਂ ਸੀ, ਲਿਖਦੀਆਂ ਸੀ, ਫਿਰ ਡਰਦੀਆਂ ਸੀ ਕਿਹਦੇ ਹੱਥ ਚਿੱਠੀ ਪੋਸਟ ਕਰਨ ਵਾਸਤੇ ਭੇਜਾਂ। ਹੁਣ ਤੁਸੀਂ 1 ਮਿੰਟ ਦੇ ਵਿੱਚ ਆਪਣੀ ਮਾਂ ਨੂੰ ਮੈਸੇਜ ਦਿੰਦੇ ਹੋ, ਕੋਈ ਚੀਜ਼ ਬਣਾਉਣੀ ਹੁੰਦੀ ਤੁਹਾਨੂੰ ਨਹੀਂ ਸਮਝ ਆਉਂਦੀ, ਤੁਸੀਂ ਉਹ ਵੀ ਫੋਨ ਤੇ ਮੋਬਾਈਲ ਤੇ ਪੁੱਛਦੇ। ਇਹ ਬੁਰੀ ਚੀਜ਼ ਨਹੀਂ ਹੈ, ਬਲਕਿ ਮੈਂ ਕਹਾਂਗੀ ਦੇਸ਼ ਪ੍ਰਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਵਾਸਤੇ ਵੀ ਇਹ ਬਹੁਤ ਵੱਡਾ ਸਹਾਰਾ, ਨੇੜੇ ਕਰ ਦਿੱਤਾ, ਪਲਾਂ 'ਚ ਤੁਸੀਂ ਪਹੁੰਚ ਸਕਦੇ ਹੋ। ਬਿਲਕੁਲ, ਅੱਗੇ ਮਾਵਾਂ ਸਾਰਾ ਦਿਨ ਡਾਕੀਏ ਨੂੰ ਉਡੀਕਦੀਆਂ ਰਹਿੰਦੀਆਂ ਸੀ ਕੋਈ ਚਿੱਠੀ ਆਈ ਹੈ। ਹੁਣ ਉਹ ਬਜ਼ੁਰਗ ਤੋਂ ਬਜ਼ੁਰਗ ਦਾਦੀ ਵੀ ਉਹ ਦੇਖਦੀ ਹੈ ਕਿ ਮੇਰੀ ਪੋਤੀ ਹੋਈ ਹੈ ਜੀ, ਉਹ ਦਿਖਾਓ ਕਿਸ ਤਰ੍ਹਾਂ। ਇਹ ਮਾੜੀ ਚੀਜ਼ ਨਹੀਂ ਹੈ, ਸਿਰਫ ਇਸ ਦਾ ਇਸਤੇਮਾਲ ਜਿਹੜਾ ਹੈ, ਬਲਕਿ ਮੈਂ ਕਹਾਂਗੀ ਕਿ ਇਸ ਰਿਸ਼ਤਿਆਂ ਨੂੰ ਨੇੜੇ ਲਿਆਉਣ ਦੇ ਵਿੱਚ ਵੀ ਤੁਹਾਡਾ ਕੋਈ ਇਦਾਂ ਦਾ ਵੀ ਐਕਸਪੀਰੀਅੰਸ ਹੋਏਗਾ ਕਿ ਮੈਨੂੰ ਬਹੁਤ ਸਾਰੇ ਰਿਸ਼ਤੇਦਾਰ, ਬਹੁਤ ਸਾਰੇ ਮਿੱਤਰ ਫੇਸਬੁੱਕ ਤੋਂ ਇਤੋਂ ਮੈਨੂੰ ਮਿਲੇ ਨੇ। ਮੈਨੂੰ ਯਾਦ ਹੈ ਕਿ ਟੀਚਰਸ ਡੇ ਦੇ ਉੱਤੇ ਆਪਣੇ ਅਧਿਆਪਕ ਜਿਹੜੇ ਸਕੂਲ ਟਾਈਮ ਦੇ ਜਿਨ੍ਹਾਂ ਨੂੰ ਭੁੱਲ ਗਏ, ਜਿਹੜੇ ਉਹ ਸਾਰੇ ਦੇ ਸਾਰੇ ਲੱਭ ਲਏ, ਵਾਪਸ ਉਹਨਾਂ ਦੇ ਲਿੰਕ ਦੇ ਵਿੱਚ ਆ ਗਏ ਹੋਏ ਆ। ਤੇ ਤੁਸੀਂ ਦੇਖੋ ਕਿ ਇਹ ਸਾਡੀ ਦੁਨੀਆ ਅੱਗੇ ਨਾਲੋਂ ਵਾਸਟ ਹੋ ਰਹੀ ਹੈ। ਕਿਸ ਕਰਕੇ ਹੋ ਰਹੀ ਹੈ? ਸੋਸ਼ਲ ਮੀਡੀਆ ਕਰਕੇ। ਸਿਰਫ ਇਹਦਾ ਇਸਤੇਮਾਲ ਜਿਹੜਾ ਉਹ ਟਾਈਮ ਤੇ, ਜ਼ਰੂਰੀ ਵਾਸਤੇ ਤੇ ਠੀਕ ਸਮੇਂ ਤੇ ਕਰਨਾ ਚਾਹੀਦਾ, ਤੇ ਸਾਡਾ ਬਹੁਤ ਵੱਡਾ ਇੱਕ ਰਿਸ਼ਤੇਦਾਰ ਬਣ ਗਿਆ। ਇਹਦੇ ਨਾਲ ਜੁੜਵੀਂ ਗੱਲ ਜੇ ਸਵਾਲ ਜੋੜ ਲਈਏ, ਇੱਕ ਰਿਸ਼ਤੇ ਜੋ ਕੁਦਰਤ ਨੇ ਸਾਨੂੰ ਦਿੱਤੇ, ਮਾਂ-ਬਾਪ, ਈਵਨ ਕਿ ਵਿਆਹ ਤੋਂ ਬਾਅਦ ਵੀ ਜਿਹੜੇ ਸਾਡੇ ਕੁਦਰਤੀ ਰਿਸ਼ਤੇ ਸਾਡੇ ਨਾਲ ਬਹੁਤ ਸਾਰੇ ਆ ਕੇ ਜੁੜਦੇ ਆ, ਉਸ ਤੋਂ ਬਿਨਾਂ ਅਸੀਂ ਆਪ ਰਿਸ਼ਤੇ ਬਣਾਉਂਦੇ ਆ, ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੋਣ, ਚਾਹੇ ਉਹ, ਤੇ ਕਈ ਵਾਰੀ ਸਾਡੇ ਲਈ ਇਸ ਹੱਦ ਤੱਕ ਇੰਪੋਰਟੈਂਟ ਹੋ ਜਾਂਦੇ ਆ, ਮਹੱਤਵਪੂਰਨ ਹੋ ਜਾਂਦੇ ਆ ਕਿ ਅਸੀਂ ਉਹਨਾਂ ਦੇ ਲਈ ਕੁਝ ਵੀ ਕਰਨ ਗੁਜ਼ਰਨ ਨੂੰ ਤਿਆਰ ਹੋ ਜਾਂਦੇ ਆ ਜੋ ਸਾਨੂੰ ਕੁਦਰਤ ਨੇ ਦਿੱਤੇ ਆ, ਉਹਨਾਂ ਨੂੰ ਵੀ ਕਈ ਵਾਰ ਅਣਦੇਖਾ ਕਰ ਦਿੰਦੇ ਆ। ਬਿਲਕੁਲ, ਇਹਦੇ ਵਿੱਚ ਇਹਦੀ ਕੋਈ ਭੂਮਿਕਾ? ਹਾਂ, ਬਿਲਕੁਲ ਠੀਕ ਹੈ। ਇੱਕ ਤਾਂ ਸਾਨੂੰ ਬਾਈ ਬਰਥ ਹੀ ਰਿਸ਼ਤੇ ਮਿਲ ਜਾਂਦੇ, ਸਾਨੂੰ ਨਹੀਂ ਪਤਾ ਹੁੰਦਾ ਸਾਡਾ ਮਾਂ ਪਿਓ, ਦਾਦਾ ਦਾਦੀ, ਚਾਚਾ ਚਾਚੀ ਕੌਣ ਹੈ, ਪਰ ਸਾਨੂੰ ਜਨਮ ਦੇ ਨਾਲ ਹੀ ਪਤਾ ਲੱਗ ਜਾਂਦਾ ਹੈ ਮੇਰਾ ਚਾਚਾ ਹੈ, ਚਾਚੀ, ਤਾਇਆ, ਤਾਈ, ਭੂਆ, ਬਹੁਤ ਸਾਰੇ ਰਿਸ਼ਤੇ ਜੀ। ਔਰ ਜਿਉਂ ਅਸੀਂ ਵੱਡੇ ਹੁੰਦੇ ਉਹਨਾਂ ਦਾ ਰਿਸ਼ਤੇ ਦਾ ਆਨੰਦ। ਪਰ ਜਦੋਂ ਅਸੀਂ ਸਕੂਲ ਕਾਲਜ ਜਾਂਦੇ ਆ ਜਾਂ ਆਪਣੀ ਜੌਬ ਕਰਦੇ ਆ, ਅਸੀਂ ਨਵੇਂ ਲੋਕਾਂ ਦੇ ਨਾਲ ਮਿਲਦੇ ਆ, ਸਾਡੇ ਹੋਰ ਰਿਸ਼ਤੇ ਬਣ ਜਾਂਦੇ। ਉਹ ਰਿਸ਼ਤੇ ਜਦੋਂ ਅਸੀਂ ਆਪਣੇ ਭਰੋਸੇ ਦੇ ਆਧਾਰ ਤੇ ਬਣਾਉਂਦੇ ਆ, ਵਿਸ਼ਵਾਸ ਦੇ ਆਧਾਰ ਤੇ ਬਣਾਉਂਦੇ ਆ, ਉਹ ਰਿਸ਼ਤੇ ਸਾਡੇ ਦਿਲ ਦੇ ਨੇੜੇ ਹੁੰਦੇ ਜੀ। ਇਹ ਸਾਡੇ ਕੁਦਰਤੀ ਰਿਸ਼ਤੇ ਨੇ, ਪਰ ਕਿਤੇ ਕਿਤੇ ਮਜਬੂਰੀ ਦੇ ਰਿਸ਼ਤੇ ਨੇ। ਕਿਸ ਤਰ੍ਹਾਂ ਚਾਚੇ ਦੀ ਲੜਾਈ ਹੋ ਗਈ, ਹੁਣ ਤੁਸੀਂ ਚਾਚੇ ਦੇ ਬੱਚਿਆਂ ਨਾਲ ਨਹੀਂ ਬੋਲਣਾ,
ਅੱਜ ਚਾਚੇ ਦੀ ਸੁਲਾਹ ਹੋ ਗਈ ਫਿਰ ਬੋਲੋ, ਭੈਣ ਭਰਾ ਤੱਕ ਦੇ ਰਿਸ਼ਤੇ। ਸਮਝੇ ਨਾ, ਕਈ ਵਾਰੀ ਸਾਡੇ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਵੀ ਇਹ ਸਾਨੂੰ ਕਿਸ ਤਰ੍ਹਾਂ ਚੱਲਣਾ ਪਏਗਾ। ਪਰ ਇਹ ਜਿਹੜੇ ਰਿਸ਼ਤੇ ਨੇ, ਜਿਹੜੇ ਅਸੀਂ ਦਿਲ ਨਾਲ, ਪਿਆਰ ਨਾਲ, ਭਰੋਸੇ ਨਾਲ, ਵਿਸ਼ਵਾਸ ਨਾਲ ਬਣਾਏ, ਔਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ ਮਾਂ-ਬਾਪ ਨੂੰ ਵੀ ਨਹੀਂ ਦੱਸ ਸਕਦੇ, ਉਹ ਆਪਣੇ ਦੋਸਤਾਂ ਨਾਲ, ਆਪਣੇ ਮਿੱਤਰਾਂ ਨਾਲ ਸ਼ੇਅਰ ਕਰਦੇ ਤੇ ਉਹਦੇ ਨਾਲ ਅਸੀਂ ਸਕੂਨ ਮਹਿਸੂਸ ਕਰਦੇ ਹਾਂ, ਕਿਉਂਕਿ ਉਹ ਜਿਹੜੇ ਰਿਸ਼ਤੇ ਨੇ ਸਾਡੇ ਨਾਲ ਕਿਸੇ ਤਰ੍ਹਾਂ ਦੀ ਈਰਖਾ ਨਹੀਂ ਕਰਦੇ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਤੁਹਾਡੀ ਪੁਰਾਣੀ ਜਿਹੜੀ ਪਹਿਲਾਂ ਆਪਾਂ ਗੱਲਬਾਤ ਕਰੀ, ਉਹ ਇੱਕ ਫਿੱਟ ਬੈਠਦੀ ਆ ਕਿ ਅਨੁਸ਼ਾਸਨ ਜਿਹੜਾ ਬਣਾਏ ਰੱਖੋ। ਇਹਦੇ ਨਾਲ ਕਿਉਂਕਿ ਸਮਾਂ ਥੋੜਾ ਰਹਿੰਦਾ ਜਾਂਦਾ, ਤੇ ਇੱਕ ਦੋ ਹੋਰ ਜਿਹੜੀਆਂ ਗੱਲਾਂ ਮੈਂ ਜ਼ਰੂਰੀ ਡਿਸਕਸ ਕਰਨਾ ਚਾਹੁੰਦੀ ਆ। ਬਿਰਧ ਆਸ਼ਰਮ, ਜੀ ਜੀ, ਤੁਸੀਂ ਹੁਣੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਸਕਾਰਾਤਮਕ ਪੱਖ ਹੈਗੇ, ਨਕਾਰਾਤਮਕ ਪੱਖ ਵੀ ਆ ਕਿ ਜਿਵੇਂ ਜਿਵੇਂ ਅਸੀਂ ਤਰੱਕੀ ਕੀਤੀ, ਅਸੀਂ ਸਾਰੀਆਂ ਸਹੂਲਤਾਂ ਆਪਣੇ ਲਈ ਉਪਲਬਧ ਕਰ ਲਈਆਂ, ਬਿਰਧ ਆਸ਼ਰਮਾਂ ਦੀ ਗਿਣਤੀ ਵੱਧ ਗਈ। ਬਿਰਧ ਆਸ਼ਰਮ ਹੁੰਦੇ ਹੀ ਨਹੀਂ ਸੀ ਪਹਿਲਾਂ ਕਦੇ। ਕੀ ਰਿਸ਼ਤੇ ਕਮਜ਼ੋਰ ਹੋ ਗਏ? ਇਹਦੇ ਦੋ ਕਾਰਨ ਨੇ। ਇਹਦੇ ਇੱਕ ਕਾਰਨ ਤਾਂ ਸਾਡੇ ਬਹੁਤ ਸਾਰੇ ਲੋਕ ਜਿਹੜੇ ਬਾਹਰ ਵਿਦੇਸ਼ਾਂ 'ਚ ਜਾਣ ਲੱਗ ਗਏ, ਉੱਥੇ ਜਾਣ ਲੱਗੇ, ਉੱਥੇ ਕਲਚਰ ਜੀ ਕਿ ਉੱਥੇ 올ਡ ਹੋਮ ਹੁੰਦੇ ਨੇ, ਉਹਨਾਂ ਨੂੰ ਦੇਖੋ ਦੇਖੀ ਜਿਹੜੇ ਲੋਕ ਅਫੋਰਡ ਕਰਦੇ ਸੀ, ਕਈ ਤੁਸੀਂ ਦੇਖਿਆ ਇਹਨਾਂ ਦੇ ਡੋਨੇਟ ਕਰਦੇ ਨੇ ਇਹਨਾਂ ਚੀਜ਼ਾਂ ਵਾਸਤੇ, ਇੱਥੇ ਵੀ ਬੰਨੇ ਸ਼ੁਰੂ ਹੋ ਗਏ। ਹੁਣ ਉਹਦਾ ਕਾਰਨ ਕੀ ਹੈ ਕਿ ਜਿਹੜੇ ਬਜ਼ੁਰਗ ਮਾਂ-ਬਾਪ ਇੱਥੇ ਰਹਿ ਗਏ ਔਰ ਉੱਥੇ ਜਾਣਾ ਨਹੀਂ ਚਾਹੁੰਦੇ, ਕਿਉਂਕਿ ਜਿਨ੍ਹਾਂ ਨੇ ਸਾਰਾ ਜੀਵਨ ਇੱਥੇ ਬਚਾਇਆ ਤੇ ਉਹ ਨਹੀਂ ਚਾਹੁੰਦੇ ਕਿ ਉੱਥੇ ਜਾ ਕੇ ਅਸੀਂ ਕਿਸ ਤਰ੍ਹਾਂ ਰਵਾਂਗੇ, ਉਹਦੇ ਕਾਰਨ 올ਡ ਹੋਮ ਬਣ ਗਏ। ਕਿਤੇ ਨਾ ਕਿਤੇ ਸਾਡੇ ਘਰਾਂ ਦੀਆਂ ਜਿਹੜੀਆਂ ਨੂੰਹਾਂ ਨੇ ਜਾਂ ਜਿਹੜੀਆਂ ਔਰਤਾਂ ਨੇ ਆਜ਼ਾਦੀ ਚਾਹਣ ਲੱਗ ਗਈਆਂ, ਉਹ ਬਜ਼ੁਰਗਾਂ ਦੇ ਕੰਮ ਨਹੀਂ ਕਰਦੀਆਂ, ਉਹਨਾਂ ਦਾ ਧਿਆਨ ਨਹੀਂ ਰੱਖਦੀਆਂ, ਤੇ ਕਿਤੇ ਕਿਤੇ ਬਜ਼ੁਰਗ ਉਹਨਾਂ ਨੂੰ ਬੋਝ ਲੱਗਣ ਲੱਗ ਗਏ। ਜਿਹੜੇ ਬਜ਼ੁਰਗ ਤਾਂ ਸਮੇਂ ਦੇ ਨਾਲ ਆਪਣੇ ਆਪ ਨੂੰ ਥੋੜਾ ਥੋੜਾ ਪਰਿਵਰਤਨ ਕਰ ਲੈਂਦੇ ਨੇ ਤੇ ਉਹ ਅਸੈਪਟੇਬਲ ਹੁੰਦੇ ਨੇ, ਤੇ ਜਿਹੜੇ ਨਹੀਂ ਕਰਦੇ ਉਹਨਾਂ ਤੋਂ ਕਈ ਵਾਰੀ ਤਾਂ ਮੈਂ ਕਹਿੰਦੀ ਬਾਗੀ ਹੋ ਜਾਂਦੀਆਂ ਔਰਤਾਂ ਕਿ ਜਾਂ ਜੇ ਇਹ ਰਹਿਣਗੇ ਜਾਂ ਮੈਂ ਰਹਾਂਗਾ। ਖਬਰਾਂ ਬਹੁਤ ਅਜੀਬੋ ਗਰੀਬ ਖਬਰਾਂ ਸੁਣਨ ਨੂੰ ਮਿਲਦੀਆਂ ਤੇ ਤੁਸੀਂ ਹੈਰਾਨ ਰਹਿ ਜਾਂਦੇ। ਜਿਹੜਾ ਕਿਤੇ ਆਦਮੀ ਜਿਹੜਾ ਮੇਨ ਜਿਹੜਾ ਪਤੀ ਹੁੰਦਾ, ਉਹ ਦੋਨੇ ਫਸੇ ਫਸਦਾ ਹੈ ਕਿ ਮਾਪਿਓ ਨੂੰ ਦੇਖੇ ਜਾਂ ਪਰਿਵਾਰ ਨੂੰ ਦੇਖੇ, ਤੇ ਕਿਤੇ ਕਿਤੇ ਪਰਿਵਾਰ ਜਿੱਤ ਜਾਂਦਾ ਤੇ ਮਾਪਿਓ ਹਾਰ ਜਾਂਦੇ। ਤੇ ਇਸ ਦੇ ਉੱਤੇ ਮੈਂ ਇੱਕ ਕਹਾਣੀ ਵੀ ਲਿਖੀ ਸੀ, ਜਦੋਂ ਧੀ ਨੇ ਬੁੱਢੇ ਬਾਪ ਨੂੰ ਹਿੱਕ ਨਾਲ ਲਾਇਆ, ਤੇ ਉਹ ਜਦੋਂ ਉਹਨੂੰ ਸਾਰੀ ਉਹਦੀ ਜਾਇਦਾਦ ਲੈ ਕੇ ਉਹਨੂੰ ਉੱਥੇ ਛੋੜ ਆਂਦਾ ਹੈ, ਤੇ ਜਦੋਂ ਲੜਕੀ ਆਂਦੀ ਹੈ ਉਹਨੂੰ ਪਤਾ ਲੱਗਦਾ ਤੇ ਉਹ ਕਹਿੰਦਾ ਪੁੱਤਰ ਹੁਣ ਤਾਂ ਮੇਰੇ ਕੋਲ ਕੁਝ ਰਹਿ ਵੀ ਨਹੀਂ ਗਿਆ। ਤੇ ਉਸਨੇ ਕਿਹਾ ਕਿ ਜਿਹੜਾ ਤੂੰ ਭਰਾ ਨੂੰ ਜਾਇਦਾਦ ਦਿੱਤੀ ਉਹ ਕਈ ਵਾਰੀ ਵਿਕਣੀ ਤੇ ਕਈ ਵਾਰੀ ਖਰੀਦੀ ਜਾਣੀ, ਪਰ ਜਿਹੜੀ ਮੈਂ ਲੈ ਚੱਲੀ ਆ ਇਹ ਇੱਕ ਅਮੁੱਲ ਜਾਇਦਾਦ ਹੈ, ਕੀ ਬਾਤ, ਜਿਸ ਨੂੰ ਨਾ ਕੋਈ ਖਰੀਦ ਸਕਦਾ ਤੇ ਨਾ ਕੋਈ ਵੇਚ ਸਕਦਾ। ਸੋ ਰਿਸ਼ਤੇ ਜਿਹੜੇ ਨੇ, ਲੜਕੀ ਜਿਹੜੀ ਹੈ ਮਾਂ-ਬਾਪ ਦੇ ਅਖੀਰਲੇ ਵੇਲੇ ਜ਼ਿਆਦਾ ਨੇੜੇ ਹੁੰਦੀ। ਬਿਲਕੁਲ। ਤੇ ਇਸ ਕਰਕੇ ਮੈਂ ਸੋਚਦੀ ਹਾਂ ਜੇ ਹਰ ਨੂੰ ਇਸ ਭਾਵਨਾ ਨਾਲ ਕਹੇ ਕਿ ਮੇਰੇ ਮਾਂ-ਬਾਪ ਵੀ ਮੇਰੀ ਭਰਜਾਈ ਦੇ ਇਸ ਤਰ੍ਹਾਂ ਰਹਿਣ, ਤੇ ਉਸ ਨੂੰ ਆਪਣੇ ਘਰ। ਅਸੀਂ ਜਦੋਂ ਦੀ ਗੱਲਬਾਤ ਸ਼ੁਰੂ ਕੀਤੀ ਸੀ ਸਾਰੇ ਰਿਸ਼ਤਿਆਂ ਦਾ ਜ਼ਿਕਰ ਕਰ ਲਿਆ, ਹਰ ਤੀਜ ਤਿਉਹਾਰ ਦੇ ਵਿੱਚ ਹਰ ਰਿਸ਼ਤੇ ਦਾ ਮਹੱਤਵ ਦਰਸਾਉਂਦਾ ਕੁਛ ਨਾ ਕੁਛ, ਕੋਈ ਨਾ ਕੋਈ ਰਸਮ, ਕੁਛ ਨਾ ਕੁਛ ਹੈ। ਪਿਓ ਸ਼ਾਂਤ, ਚੁੱਪ, ਸਾਇਲੈਂਟ ਹੋ ਕੇ ਪਿੱਛੇ ਉਹ ਧਰਤੀ ਹੇਠਲੇ ਬਲਦ ਵਾਲੀ ਜਿਹੜੀ ਕਹਾਣੀ ਯਾਦ ਆ ਜਾਂਦੀ, ਉਹਦੇ ਤਰ੍ਹਾਂ ਭੂਮਿਕਾ ਨਿਭਾਉਂਦਾ। ਬਾਪ ਦੇ ਰਿਸ਼ਤੇ ਦਾ ਮਹੱਤਵ ਦੇਖੋ, ਬਾਪ ਜਿਹੜਾ ਪਰਿਵਾਰ ਦੀ ਰੀੜ੍ਹ ਦੀ ਹੱਡੀ ਹੁੰਦਾ, ਉਹਦੇ ਬਿਨਾਂ ਕੋਈ ਘਰ ਨਹੀਂ ਚੱਲ ਸਕਦਾ। ਇਸ ਰਿਸ਼ਤੇ ਤੇ ਲਿਖਿਆ ਬਹੁਤ ਘੱਟ ਗਿਆ, ਪਰ ਮੈਂ ਤਾਂ ਇਹਦੇ ਤੇ 3 ਆਰਟੀਕਲ ਲਿਖੇ। ਮੈਂ ਉੱਥੇ ਲਿਖਿਆ ਸੀ ਇੱਕ ਤੀਰਥ ਸਥਾਨ ਦੇ ਬਰਾਬਰ ਬਾਪ ਹੁੰਦਾ। ਇਹ ਸਿਰਫ ਸਮਝਣ ਦੀ ਗੱਲ ਹੈ। ਉਹ ਠੀਕ ਹੈ, ਮਾਂ ਨੇ ਜਨਮ ਦਿੱਤਾ ਹੁੰਦਾ, ਮਾਂ 'ਚ ਮਮਤਾ ਹੁੰਦੀ ਜੀ। ਉਸਨੇ ਕੱਲੇ ਤਾਂ ਉਹਨੇ ਜਨਮ ਹੀ ਨਹੀਂ ਦਿੱਤਾ, ਉਸਦੇ ਨਾਲ ਹੀ ਜੋ ਸਾਡਾ ਸਿਸਟਮ ਹੈ ਕੁਦਰਤੀ ਹੈ ਦਿੱਤਾ ਹੈ, ਉਹ ਸਿਰਫ ਬਹੁਤ ਸਾਰੀਆਂ ਚੀਜ਼ਾਂ ਅੰਦਰ ਰੱਖਦਾ ਤੇ ਖਾਸ਼ਾਂ ਸਭ ਦੀਆਂ ਪੂਰੀਆਂ ਕਰਨਾ ਚਾਹੀਦਾ। ਬਿਲਕੁਲ। ਆਪਣੇ ਬੱਚਿਆਂ ਦੀ ਕਹਿੰਦੇ ਕਿ ਬਾਪ ਨਾਲ ਹੋਵੇ। ਤੁਸੀਂ ਸ਼ਾਇਦ ਸੁਣਿਆ ਹੋਏਗਾ ਕਿ ਇੱਕ ਬੱਚੀ ਬਹੁਤ ਜ਼ਿਆਦਾ ਪਾਣੀ 'ਚ ਉਫਾਨ ਆ ਰਿਹਾ ਸੀ ਤੇ ਦੋਵੇਂ ਜਣੇ ਜਾ ਰਹੇ ਸੀ ਤੇ ਬੱਚੀ ਨੇ ਆਪਣੇ ਬਾਪ ਦਾ ਹੱਥ ਫੜਿਆ ਹੋਇਆ ਸੀ ਜੀ। ਥੋੜਾ ਜਿਹਾ ਅੱਗੇ ਗਈ ਤੇ ਕਹਿੰਦੀ ਪਾਪਾ ਤੁਸੀਂ ਮੇਰਾ ਹੱਥ ਫੜ ਲਓ। ਉਹਨੇ ਕਿਹਾ ਕਿਉਂ, ਤੂੰ ਮੇਰਾ ਫੜਿਆ ਤਾਂ ਹੋਇਆ। ਕਹਿੰਦੀ ਮੈਂ ਸ਼ਾਇਦ ਛੱਡ ਦੇਵਾਂ ਪਰ ਤੁਸੀਂ ਕਦੀ ਮੇਰਾ ਹੱਥ ਨਹੀਂ ਛੱਡੋ। ਆਹਾ, ਕੀ ਬਾਤ ਹੈ। ਇਸ ਕਰਕੇ ਬਾਪ ਕਦੀ ਆਪਣੀ ਧੀ ਨੂੰ ਸਾਥ ਨਹੀਂ ਛੱਡਦਾ। ਉਹ ਦੇਖਦਾ ਹੈ ਕਿ ਮੇਰਾ ਜਿਹੜਾ ਪੁੱਤਰ ਹੈ, ਜਿਹੜਾ ਮੇਰਾ ਬੱਚਾ ਹੈ, ਉਹ ਮੇਰੇ ਤੋਂ ਅੱਗੇ ਜਾਏ। ਜਿਹੜੇ ਸੁਪਨੇ ਉਹਦੇ ਪੂਰੇ ਨਹੀਂ ਸੀ ਹੋਏ, ਹਮੇਸ਼ਾ ਉਹ ਆਪਣੇ ਬੱਚਿਆਂ ਤੋਂ ਸੁਪਨੇ ਪੂਰੇ ਕਰਾਉਣਾ ਚਾਹੁੰਦਾ। ਇਸ ਕਰਕੇ ਬਾਪ ਦੀ ਜਗ੍ਹਾ ਰੱਬ ਵਰਗੀ ਹੈ। ਰੱਬ ਵਰਗਾ ਉਸ ਨੂੰ ਘਰ 'ਚ ਦਰਜਾ ਦਿੱਤਾ ਜਾਂਦਾ, ਔਰ ਇਹੋ ਜਿਹੇ ਮਾਂ-ਬਾਪ ਨੂੰ ਕਦੀ ਵੀ ਬਿਰਧ ਆਸ਼ਰਮ 'ਚ ਨਹੀਂ ਭੇਜਣਾ ਚਾਹੀਦਾ। ਜਾਂਦੇ ਜਾਂਦੇ ਇੱਕ ਸੁਨੇਹਾ ਜ਼ਰੂਰ ਲੈਣਾ ਚਾਹੁੰਦੇ ਹਾਂ, ਕੀ ਹੱਲ ਹੋ ਸਕਦਾ ਹੈ? ਮੁਰਝਾ ਰਹੇ ਨੇ ਰਿਸ਼ਤੇ, ਟੁੱਟ ਰਹੇ ਨੇ, ਔਰ ਰਿਸ਼ਤਿਆਂ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆਉਂਦੀਆਂ ਉਹ ਬੇਹੱਦ ਚਿੰਤਾ ਜਿਹੜੀ ਵੱਡੀ ਖੜੀ ਕਰਦੀਆਂ। ਮੁਰਝਾ ਰਹੇ ਰਿਸ਼ਤਿਆਂ ਨੂੰ ਕਿਵੇਂ ਦੁਬਾਰਾ ਤੋਂ ਪਾਣੀ ਦੇ ਕੇ ਤੁਸੀਂ ਦੇਖਿਆ ਨਾ ਕਿ ਅੱਜ ਕੱਲ ਨਾ ਬਹੁਤ ਸਾਰੇ ਵੈਸਟਰਨ, ਚਾਹੇ ਵੈਸਟਰਨ ਦਾ ਕਲਚਰ ਹੈ ਪਰ ਉਹ ਚੰਗਾ ਲੱਗਣ ਲੱਗ ਗਿਆ। ਅੱਜ ਕੱਲ ਮਦਰਸ ਡੇ ਮਨਾਇਆ ਜਾਂਦਾ ਹੈ,
ਫਾਦਰਸ ਡੇ ਮਨਾਇਆ ਜਾਂਦਾ, ਫਰੈਂਡਸ਼ਿਪ ਡੇ ਮਨਾਇਆ ਜਾਂਦਾ, ਜੀ। ਬਲਕਿ ਵਿਮਨ ਡੇ ਮਨਾਇਆ ਜਾਂਦਾ। ਮੈਂ ਕਈ ਵਾਰੀ ਹੱਸਦੀ ਹੁੰਨੀ ਵਿਮਨ ਡੇ ਤੇ ਕਿ ਜਿਸ ਔਰਤ ਨੂੰ ਨਾ ਪਤਾ ਹੋਵੇ ਕਿ ਉਹਦਾ ਜਨਮ ਦਿਨ ਕਦੋਂ ਹੈ, ਉਹ ਵਿਮਨ ਡੇ ਨੂੰ ਮਨਾ। ਕੀ ਬਾਤ ਹੈ। ਹਾਂ, ਕਈ ਵਾਰੀ ਮੈਂ ਬੱਚੀਆਂ ਨੂੰ ਵੀ ਕਹਿੰਦੀ ਹੁੰਦੀ, ਜੇ ਤੁਹਾਨੂੰ ਮਾਂ ਦਾ ਜਾਂ ਦਾਦੀ ਦਾ ਜਨਮ ਦਿਨ ਨਹੀਂ ਪਤਾ ਤੇ ਵਿਮਨ ਡੇ ਨੂੰ ਮਨਾ ਲਓ 8 ਮਾਰਚ ਨੂੰ। ਡਾਟਰਸ ਡੇ, ਡਾਟਰ ਡੇ ਮਨਾਇਆ ਜਾਂਦਾ Father's ਹੈ। Day। ਔਰ ਮਤਲਬ ਕਿੰਨੇ ਰਿਸ਼ਤੇ ਨੇ, ਜੀ। ਇਹਨਾਂ ਨੂੰ ਇੱਕ ਅਹਿਸਾਸ ਕਰਾਉਣ ਵਾਸਤੇ ਰੱਖਿਆ। ਇਹ ਮਦਰ ਡੇ ਤਾਂ ਸਾਡੀ ਸੱਭਿਅਤਾ ਸੰਸਕ੍ਰਿਤੀ ਵਾਲੇ ਦਿਨ ਤਾਂ ਹਰ ਦਿਨ ਮਾਂ ਦਾ ਹੈ। ਅਸੀਂ ਸਵੇਰੇ ਉੱਠਦੇ ਹੀ ਮਾਂ ਨੂੰ ਪ੍ਰਣਾਮ ਕਰਦੇ ਹਾਂ, ਬਾਪ ਨੂੰ ਪ੍ਰਣਾਮ ਕਰਦੇ ਹਾਂ। ਸਾਡੇ ਵਾਸਤੇ ਤਾਂ ਉਹ ਰੱਬ ਦਾ ਦਰਜਾ, ਨੈਕਸਟ ਟੂ ਗੋਡ ਹੈ। ਜੀ। ਪਰ ਇਹ ਰਿਸ਼ਤੇ ਵੀ ਕਦੀ ਮਨਾ ਲੈਣੇ ਚਾਹੀਦੇ ਨੇ, ਕਿਉਂਕਿ ਇਹ ਵੀ ਬੜਾ ਆਨੰਦ ਦਿੰਦੇ ਨੇ। ਇਹ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਹੁਣ ਆਪਾਂ ਪੁੱਛਿਆ ਕਿ ਜੇ ਰਿਸ਼ਤੇ ਮੁਰਝਾ ਰਹੇ ਨੇ ਤੇ ਉਹਨਾਂ ਨੂੰ ਸੰਭਾਲਣ ਦਾ ਇੱਕ ਸੋਹਣਾ ਤਰੀਕਾ ਹੈ ਕਿ ਕਹਿੰਦੇ- ਹਰ ਦਿਨ ਨੂੰ ਜਿਹੜਾ ਖਾਸ ਤਰੀਕੇ ਨਾਲ ਉਹ ਮਨਾ ਕਹਿੰਦੇ ਲਿਆ ਨਾ ਕਿ ਜਾਵੇ। ਜਿਸ ਤਰ੍ਹਾਂ ਤੁਸੀਂ ਇੱਕ ਛੋਟੇ ਜਿਹੇ ਪੌਦੇ ਨੂੰ ਜਦੋਂ ਲਗਾਉਂਦੇ ਹੋ ਤੇ ਦੇਖਦੇ ਹੋ, ਪਾਣੀ ਪਾਉਂਦੇ ਹੋ, ਕਰਦੇ ਹੋ, ਤੇ ਇਸੇ ਤਰ੍ਹਾਂ ਇਹਨਾਂ ਰਿਸ਼ਤਿਆਂ ਨੂੰ ਹੀ ਸਿੰਚਦੇ ਰਹੋ, ਸਮੇਂ-ਸਮੇਂ ਤੇ ਮਿਲਦੇ ਰਹੋ, ਗੱਲਬਾਤ ਕਰਦੇ ਰਹੋ, ਤਾਂ ਕਿ ਇਹ ਰਿਸ਼ਤੇ ਜਿਹੜੇ ਆ ਹਮੇਸ਼ਾ ਵਾਸਤੇ ਪ੍ਰਫੁੱਲਿਤ ਰਹਿਣ, ਹਮੇਸ਼ਾ ਵਾਸਤੇ ਹੱਸਦੇ ਵਸਦੇ ਰਹਿਣ। ਬਹੁਤ ਸੋਹਣੀ ਗੱਲਬਾਤ ਕੀਤੀ ਤੁਸੀਂ, ਔਰ ਸਾਡੇ ਵਿਹੜੇ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਆਪਣਾ ਬਹੁਤ-ਬਹੁਤ ਕੀਮਤੀ ਧੰਨਵਾਦ। ਸਮਾਂ ਕੱਢਿਆ। ਸੋ ਰਿਸ਼ਤਿਆਂ ਨੂੰ ਜਿਹੜਾ ਹਮੇਸ਼ਾ ਮੋਹ ਦਾ, ਪਿਆਰ ਦਾ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਰਿਸ਼ਤੇ ਜਿਹੜੇ ਆ ਸਦਾ ਖਿੜੇ ਰਹਿਣ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਮਿਲਦੇ ਹਾਂ। ਦਿਓ ਇਜਾਜ਼ਤ। ਸ਼ੁਕਰੀਆ। ਦੁਨੀਆ ਦੇ ਵਿੱਚ ਪੰਜਾਬ ਦਾ ਅੱਜ ਸਿਖਰੀ ਚੜਿਆ ਨਾ, ਜਿੱਥੇ ਪੂਜੀ ਜਾਮਦੀ, ਜਿੱਥੇ ਪੂਜੀ ਜਾਮਦੀ, ਓਏ ਰੱਬ ਤੋਂ ਪਹਿਲਾਂ ਮਾਂ ਸਭ ਦਾ ਮੁੜਕਾ ਠਾਰਦੀ, ਸਭ ਦਾ ਮੁੜਕਾ ਠਾਰਦੀ, ਜਿੱਥੇ ਸਭ ਦਾ ਮੁੜਕਾ ਠਾਰਦੀ, ਯਾਰੋ ਇੱਕ ਬੋੜ ਦੀ ਛਾਂ, ਜਿੱਥੇ ਪਰਾਉਣਾ ਆਉਣ ਤੋਂ, ਜਿੱਥੇ ਪਰਾਉਣਾ ਆਉਣ ਤੋਂ ਆ ਕੇ ਪਹਿਲਾਂ ਦੱਸਣ ਕਾ, ਭਲਾ ਮੰਗੋ ਸਰਬੱਤ ਦਾ, ਭਲਾ ਮੰਗੋ ਸਰਬੱਤ ਦਾ, ਸਾਨੂੰ ਦਿੱਤੀ ਮੱਤ ਗੁਰਾਂ। Gare da ni re sa ni re ga ga ma pa ma pa pa ni re ga 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 de ga ma pa 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 ma ga re sa re ma ma pa da ma pa da pa da ni da pa ma ga ma da pa ma ga re da ni da ba ਬੰਬਲ ਬੱਟੇ ਖੇਸ ਦੇ ਮੇਰੀ ਦਾਦੀ ਐ ਨਿਕਲਾ, ਮਤ ਦੇਵੇ ਮਾਂ ਧੀ ਨੂੰ ਅੱਜ ਲੱਗੀ ਕਰਨ ਵਿਆਹ, ਸਿਰ ਪੜੋਸ ਕੇ ਨਾਨੀਆਂ, ਪੜੋਸ ਕੇ ਨਾਨੀਆਂ ਝੱਟ ਰੁੱਸੇ ਲੈਣ ਮਨਾ, ਸਾਰੇ ਰੇ ਗਰੇ ਰੇ ਦਨੀ ਦਨੀ ਦਾ, ਸਾਰੇ ਗਰੇ ਸਾ ਨੀ ਦਨੀ 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 ਮਾ ਮਦਾ ਦਨੀ ਨੀ ਦਾ ਸਾਰੇ ਰੇ ਗਾ ਗੇ ਰੇ ਦਾ